पंजाबी नैशनल टीवी देख रहे दर्शकों का स्वागत करते हैं। खास मुद्दों ते चर्चा करने वाला प्रोग्राम विचार चर्चा लैके एक बार फिर तो हाजिर हो गए हैं। अज के प्रोग्राम दे विच गल करांगे किसानां दी जित दी। पिछले 5 दिनों तो जलंधर च गन्ना काश्तकारां ने धरना लगाया होया सी। पंजाब सरकार अगे कुछ मंगां रखियां सन ते सरकार ने अज उन्हां दीयां मंगां जिहड़ियां ने प्रवान कर लियां ने। कुल मिला के किसान खुश जापदे ने। गल पंजाब दी सियासत दी भी करांगे। करीब 32 मंत्रियों ते विधायकों ने रल के कैप्टन दी कुर्सी नूं हलूणा दिता है। इस तो इलावा होर भी बहुत सारे मुद्दे ने जिहड़े अज विचारांगे ते बतौर एक्सपर्ट इस वेले मेरे नाल स्टूडियो च मौजूद ने सरदार कुलदीप सिंह हीर जी ते अमृतपाल शर्मा जी। सत श्री अकाल कुलदीप जी। सत श्री अकाल शर्मा जी। सत श्री अकाल सुलीन जी। कुलदीप जी, प्रोग्राम की शुरुआत खुशी वाली खबर तो करते हैं। किसानां दी जित हुई है, सरकारां झुकियां ने, पर अन्नी ते बोली अखवाउण वाली सरकार एडी छेती झुक गई, गल पची नहीं। अजे लड़ाई बहुत शुरुआती दौर में सी जी। पंजाब सरकार है, पंजाब ते जोर चलदा सी किसानां दा पहले दिन तो जी। पंजाब ते तां इन्ना जोर चलदा सी कि पंजाब विच जिहड़े पार्टियां कुछ पार्टियां दे लीडरां नूं ते बाहर निकलना औखा होया पिया सी। जी बिल्कुल। ये मुद्दा सिर्फ गन्ने दे काश्तकारां दा सी। जिवें ਇਹ ਇੱਕ ਵੱਡੀ ਵਾਰ ਦੇ ਵਿੱਚ ਇੱਕ ਛੋਟੀ ਜਿਹੀ ਫਾਈਟ ਜੀ ਇਹ ਉਹ ਸੀ। ਇਹ ਇੰਨੀ ਛੋਟੀ ਵੀ ਨਹੀਂ ਸੀ ਜਿੰਨਾ ਇਸ ਨੂੰ ਸਰਕਾਰ ਨੇ ਪਹਿਲਾਂ ਸਮਝ ਲਿਆ। ਅਣਗੌਲਿਆਂ ਕੀਤਾ। ਅਣਗੌਲਿਆਂ ਵੀ ਕਿੰਨਾ ਕੀਤਾ? 4 ਸਾਲ। ਬਿਲਕੁਲ। 310 ਰੁਪਏ ਕੁਇੰਟਲ ਭਾਅ ਹੋਵੇ ਪੰਜਾਬ ਦੇ ਵਿੱਚ ਤੇ ਹਰਿਆਣੇ ਵਿੱਚ ਹੋਵੇ 358। ਜੀ। ਜਦੋਂ ਸਰਕਾਰ ਨੂੰ ਮੈਮੋਰੈਂਡਮ ਛੋਟੇ ਮੋਟੇ ਧਰਨੇ ਮੁਜ਼ਾਹਰੇ ਵੀ ਕੀਤੇ ਗਏ, ਐਮਐਲਏ ਨੂੰ, ਮੰਤਰੀਆਂ ਨੂੰ, ਕੇਨ ਕਮਿਸ਼ਨਰ ਨੂੰ, ਦੂਸਰਿਆਂ ਤੀਸਰਿਆਂ ਨੂੰ, ਸਭ ਨੂੰ ਆਖਿਆ ਗਿਆ ਭਾਈ ਰੇਟ ਵਧਾਓ। ਡੀਜ਼ਲ ਦੇ ਰੇਟ ਕਿੱਥੇ ਚਲੇ ਗਏ, ਖਾਦਾਂ ਦੇ ਕਿੱਥੇ ਚਲੇ ਗਏ, ਦਵਾਈਆਂ, ਲੇਬਰਾਂ, ਸਭ ਕੁਝ ਕਿੱਥੇ ਚਲੇ ਗਿਆ। ਮਸ਼ੀਨਰੀ ਕਿੰਨੀ ਮਹਿੰਗੀ ਹੋ ਗਈ ਹੈ। 30% ਦੀ ਲਾਗਤ ਵਧ ਗਈ 4 ਸਾਲਾਂ। ਲਾਗਤ ਵਧ ਗਈ ਹੈ ਤੇ ਮਿਲ ਮਾਲਕ ਅਮੀਰ ਹੁੰਦੇ ਜਾ ਰਹੇ ਨੇ। ਸ਼ਰਾਬ ਵਿਕ ਰਹੀ ਹੈ, ਬਿਜਲੀ ਵਿਕ ਰਹੀ ਹੈ, ਐਥਨੋਲ ਬਣਨਾ ਸ਼ੁਰੂ ਹੋ ਗਿਆ। ਖੰਡ ਦੀ ਕੀਮਤ ਵਿਸ਼ਵ ਮਾਰਕੀਟ ਵਿੱਚ ਵਧੀ ਹੋਈ ਹੈ ਤੇ ਤੁਸੀਂ ਕਿਉਂ ਨਹੀਂ ਰੇਟ ਵਧਾਉਂਦੇ? ਸਰਕਾਰ ਬੋਲੀ ਨਹੀਂ। ਅਖੀਰ ਕਿਸਾਨਾਂ ਨੇ ਇੱਕ ਦਿਨ ਮੁਕਰਰ ਕਰ ਦਿੱਤਾ ਕਿ ਅਸੀਂ 20 ਅਗਸਤ ਨੂੰ ਜਿਹੜਾ ਧਰਨਾ ਲਾ ਦੇਣਾ ਜਲੰਧਰ ਧਨੋਵਾਲੀ ਫਾਟਕ ਤੇ ਨਾਲੀ। ਧਨੋਵਾਲੀ ਫਾਟਕ ਜਿਹੜਾ ਹੈ ਜਲੰਧਰ ਕੈਂਟ ਦੇ ਨੇੜੇ ਦਾ ਇਲਾਕਾ ਹੈ ਤੇ ਕੌਮੀ ਸ਼ਾਹਰਾਹ ਜਿਹੜਾ ਹੈ ਉੱਥੇ ਉਸ ਨੂੰ ਬੋਟਲ ਨੈਕਿੰਗ ਹੋ ਜਾਂਦੀ ਹੈ। ਉੱਥੋਂ ਫਿਰ ਨਿਕਲਣ ਨੂੰ ਰਸਤਾ ਬਚਦਾ ਕੋਈ ਨਹੀਂ। ਅੰਮ੍ਰਿਤਸਰ ਦੀ ਸਾਰੀ ਟ੍ਰੈਫਿਕ, ਪਠਾਨਕੋਟ ਦੀ ਸਾਰੀ ਟ੍ਰੈਫਿਕ, ਜਲੰਧਰ ਸ਼ਹਿਰ ਦੀ ਸਾਰੀ, ਲੁਧਿਆਣੇ ਦੀ, ਆਸੇ ਪਾਸੇ ਦੀ ਸਭ ਬੰਦ ਹੋ ਜਾਂਦੀ ਹੈ। ਕਿਸਾਨਾਂ ਨੇ ਬੰਦ ਕੀਤਾ, ਟ੍ਰੈਫਿਕ ਡਿਵਰਟ ਕਰਨੀ ਪਈ ਤੇ ਅਗਲੇ ਦਿਨ ਕਿਸਾਨਾਂ ਨੂੰ ਬੁਲਾ ਲਿਆ ਕਿ ਆਓ ਗੱਲਬਾਤ ਕਰੀਏ। ਤੇ ਉੱਥੇ ਜਾ ਕੇ ਅੱਛਾ ਇਹ ਇੰਨਾ ਰੇਟ ਕਿਉਂ ਮੰਗ ਰਹੇ ਹੋ? ਅਸੀਂ ਵਧਾਇਆ ਤਾਂ ਹੈ 15 ਰੁਪਏ। ਤੇ ਉੱਥੇ ਮਿਲ ਮਾਲਕ ਬੈਠ ਗਿਆ ਕਿ ਮਿਲ ਮਾਲਕ ਕਹਿੰਦੇ ਕਿ ਉਹ ਇਹ ਰੇਟ ਠੀਕ ਹੈ ਜਿੰਨਾ ਤੁਹਾਨੂੰ ਦਿੱਤਾ ਜਾ ਰਿਹਾ। 15 ਰੁਪਏ ਅਸੀਂ ਵਧਾ ਦਿੱਤਾ ਹੈ, 325 ਤੇ ਤੁਹਾਨੂੰ ਮਨਜ਼ੂਰ ਹੋਣਾ ਚਾਹੀਦਾ। ਕਿਸਾਨ ਔਖੇ ਹੋ ਗਏ। ਕਿਸਾਨ ਕਹਿੰਦੇ ਗੱਲਬਾਤ ਅਸੀਂ ਇੱਥੇ ਸਰਕਾਰ ਨਾਲ ਕਰਨਾ ਆਏ ਹਾਂ ਕਿ ਮਿਲ ਮਾਲਕਾਂ ਨਾਲ। ਔਖੇ ਤੱਤੇ ਹੋ ਕੇ ਫਿਰ ਜਦੋਂ ਗੱਲ ਕਿਸੇ ਪਾਸੇ ਨਾ ਲੱਗੀ, ਇੱਕ ਦਿਨ ਵਿੱਚ ਪਾ ਦਿੱਤਾ ਗਿਆ ਕਿ ਜਲੰਧਰ ਹੁਣ ਇਸ ਦੀ ਮੁਲਾਕਾਤ ਹੋਵੇਗੀ ਮਾਹਿਰਾਂ ਦੇ ਨਾਲ ਕਿਸਾਨਾਂ ਦੀ ਤੇ ਇਹ ਪਤਾ ਲਾਇਆ ਜਾਵੇਗਾ ਕਿ ਖਰਚਾ ਕਿੰਨਾ ਹੈ। ਖਰਚੇ ਬਾਰੇ ਅੰਕੜੇ ਬੜੇ ਹੈਰਾਨੀਜਨਕ ਆਏ। ਪੰਜਾਬ ਯੂਨੀਵਰਸਿਟੀ ਵੀ ਜੋ ਕਹਿੰਦੀ ਸੀ, ਜੋ ਖੇਤੀਬਾੜੀ ਜਾਂ ਕੇਨ ਦੇ ਮਾਹਰ ਜਿਹੜੇ ਸੀ ਉਹ ਜੋ ਕਹਿੰਦੇ ਸੀ, ਉਹਨਾਂ ਵਿੱਚ ਥੋੜ੍ਹਾ ਬਹੁਤਾ ਅੰਤਰ ਤਾਂ ਆਇਆ, ਪਰ ਸਰਕਾਰੀ ਰੇਟ ਤਾਂ ਉਸ ਤੋਂ ਕਿਤੇ ਪਿੱਛੇ ਸੀ। ਹੁਣ 52 ਰੁਪਏ ਕਿਸਾਨ ਦੀ ਪ੍ਰਤੀ ਕੁਇੰਟਲ ਦੀ ਮਿਹਨਤ ਮਿੱਥੀ ਗਈ ਤੇ ਉਸ ਨੂੰ ਵਿੱਚ ਜੋੜ ਕੇ ਜਿਹੜਾ ਸੀ ਇਹ ਕੀਮਤ ਜਿਹੜੀ ਉਸ ਨੂੰ ਸਹੀ ਦੇਣੀ ਵਾਜਬ ਸਮਝੀ ਗਈ। ਜਦਕਿ ਅਜਿਹਾ ਨਹੀਂ ਹੈ। ਕਿਸਾਨ ਦੇ ਨਾਲ ਹੋਰ ਬਹੁਤ ਸਾਰੇ ਸਮਾਜਿਕ ਅੰਸਰ ਜੁੜੇ ਹੁੰਦੇ ਨੇ ਜਿਨ੍ਹਾਂ ਨੇ ਇਸ ਨਾਲ ਰੋਜੀ ਰੋਟੀ ਚਲਾਉਣੀ ਹੁੰਦੀ ਹੈ। ਫਿਰ ਮਾਹਿਰਾਂ ਨਾਲ ਰਾਏ ਕੱਲ ਹੋਈ ਹੈ, ਉਸ ਤੋਂ ਪਹਿਲਾਂ ਨਹੀਂ ਹੋ ਸਕੀ। ਸਰਕਾਰ ਨੂੰ ਟਾਈਮ ਨਹੀਂ ਲੱਗਾ ਮਾਹਿਰਾਂ ਨਾਲ ਰਾਏ ਕਰਨ ਦਾ। ਜਿਹੜੇ 15 ਰੁਪਏ ਪਾਏ ਸੀ ਉਹ ਜਿਵੇਂ ਕੋਈ ਫਕੀਰ ਆਉਂਦਾ ਹੈ, ਫਕੀਰ ਆਉਂਦਾ ਤੇ ਕੋਈ ਘਰ ਦਾ ਕਹਿੰਦਾ ਕਿ ਇਸ ਨੂੰ 10 ਰੁਪਏ ਦੇ ਕੇ ਤੋਰ ਦਿਓ, ਚਲੋ ਯਾਰ ਕੰਮ ਮੁਕਾਓ। ਇਵੇਂ ਕਿਸਾਨਾਂ ਨੂੰ ਸਮਝਿਆ ਗਿਆ। 9 ਮਹੀਨੇ ਦਾ ਅੰਦੋਲਨ ਦਿੱਲੀ ਦਾ, 1.5 ਸਾਲ ਦਾ ਪੰਜਾਬ ਦਾ ਤੇ ਹੁਣ ਇਹ 5 ਦਿਨਾਂ ਦਾ ਅੰਦੋਲਨ। ਅੱਜ ਫਿਰ ਉਮੀਦ ਸੀ ਤੇ ਸਰਕਾਰ ਝੁਕੀ ਹੈ।
ਝੁਕੀ ਵੀ ਚੰਗੀ ਹੈ। ਜੇ ਕਿਤੇ ਪਿਛਲੇ ਸਾਲਾਂ ਦੇ ਵਿੱਚ 5-5 10-10 ਰੁਪਏ ਪਾਉਂਦੇ ਰਹਿੰਦੇ ਤੇ ਕਿਸਾਨਾਂ ਨੂੰ ਪਿਛਲੇ ਸਾਲਾਂ ਵਿੱਚ ਜੋ ਘਾਟਾ ਪਿਆ ਉਹ ਪੂਰਾ ਹੋਣ ਵਾਲਾ ਤੇ ਨਹੀਂ। ਉਹਨਾਂ ਦੀਆਂ ਅਦਾਇਗੀਆਂ ਵੀ ਰੁਕੀਆਂ ਹੋਈਆਂ ਨੇ ਪਿਛਲੀਆਂ, ਉਹ ਵੀ ਵਾਅਦਾ ਕੀਤਾ ਗਿਆ ਕਿ 15 ਦਿਨ ਦੇ ਅੰਦਰ ਅੰਦਰ ਪੁਰਾਣੀ ਸਾਰੀ ਅਦਾਇਗੀ ਜਿਹੜੀ ਆ ਜਾਂ ਅਗਾਂਹ ਵਾਸਤੇ ਵੀ ਤੁਹਾਨੂੰ ਕੀਤੀ ਜਾਵੇਗੀ। ਇੱਕ ਗੱਲ ਤੇ ਸਾਫ਼ ਕਰਤੀ ਵੀ ਸ਼ਾਂਤੀ ਦੇ ਨਾਲ ਅਸੀਂ ਕੋਈ ਗੱਲ ਨਹੀਂ ਸੁਣਦੇ। ਬਿਲਕੁਲ ਸ਼ਾਂਤੀ ਦੇ ਨਾਲ ਗੱਲ ਨਾ ਸੁਣਨ ਵਾਲਾ ਜਿਹੜਾ ਸੁਨੇਹਾ ਗਿਆ ਇਹ ਮਾੜੀ ਗੱਲ ਹੈ ਜੀ। ਕਿਸਾਨ ਜਦੋਂ ਧਰਨੇ ਤੇ ਜਾਂਦੇ ਨੇ ਆਪਣਾ ਕੰਮ ਛੱਡ ਕੇ ਜਾਣਾ ਪੈਂਦਾ, ਖੱਜਲ ਖੁਆਰ ਹੋਣਾ ਪੈਂਦਾ ਜੀ। ਤੇ ਜੇ ਕਿਸਾਨਾਂ ਨੂੰ ਇਹੋ ਹੀ ਹਰ ਵਾਰੀ ਸੰਦੇਸ਼ ਜਾਵੇ ਕਿ ਭਾਈ ਤੁਸੀਂ ਹੁਣ ਆਹ ਧਰਨਾ ਲਾਓ ਤੇ ਫੇਰ ਹੀ ਤੁਹਾਡੀ ਗੱਲ ਮਨ ਹੋਵੇਗੀ, ਇਹ ਗੱਲ ਚੰਗੀ ਨਹੀਂ। ਪਰ ਮਨ ਹੋਈ ਹੈ 360 ਰੁਪਏ ਪ੍ਰਤੀ ਕੁਇੰਟਲ 2021-22 ਦੇ ਪੜਾਈ ਸੀਜ਼ਨ ਵਾਸਤੇ ਗੰਨੇ ਦਾ ਭਾਅ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ। ਤੇ ਉਸ ਫੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਕੁਝ ਹੋਰ ਜਿਹੜੇ ਉੱਥੇ ਆਗੂ ਸੀ, ਬਲਵੀਰ ਸਿੰਘ ਰਾਜੇਵਾਲ ਵੀ ਸਨ, ਤੇ ਜੋ ਇਸ ਗੰਨੇ ਦੇ ਖੇਤਰ ਦੇ ਜਿਹੜੇ ਕਿਸਾਨ ਕਮੇਟੀਆਂ ਦੇ ਆਗੂ ਸੀ ਉਹ ਵੀ ਮੌਜੂਦ ਸਨ ਤੇ ਮਠਿਆਈ ਇੱਕ ਦੂਸਰੇ ਨੂੰ ਖਵਾਉਂਦੇ ਹੋਏ ਵੇਖੇ ਗਏ। ਹਾਲਾਂਕਿ ਕੁਝ ਖੇਤਰਾਂ ਵਿੱਚ ਇਸ ਨੂੰ ਦੂਸਰੇ ਤਰੀਕੇ ਨਾਲ ਵੀ ਵੇਖਿਆ ਜਾ ਰਿਹਾ, ਮਾਲਵੇ ਦੇ ਖੇਤਰ ਵਿੱਚ ਖਾਸ ਤੌਰ ਤੇ, ਕਿਉਂਕਿ ਮਾਲਵੇ ਨੇ ਸੰਤਾਪ ਬਹੁਤ ਵੱਡਾ ਭੋਗਿਆ ਗੰਨੇ ਦੇ ਕਰਕੇ। ਬਹੁਤ ਸਾਰੀਆਂ ਮਿੱਲਾਂ ਉਹਨਾਂ ਦੇ ਖੇਤਰ ਵਿੱਚ ਲਾਈਆਂ ਗਈਆਂ ਤੇ ਫਿਰ ਪੁੱਟ ਦਿੱਤੀਆਂ ਗਈਆਂ। ਉਹਨਾਂ ਦੇ ਬਕਾਏ ਪਤਾ ਨਹੀਂ ਵਿਚਾਰਿਆਂ ਦੇ ਕਦੋਂ ਉਹਨਾਂ ਨੂੰ ਮਿਲਣੇ ਸਨ, ਕੀ ਮਿਲਣੇ ਸਨ, ਤੇ ਉਹਨਾਂ ਨੂੰ ਕਿੰਨੇ ਘਾਟੇ ਪਏ ਨੇ, ਜ਼ਮੀਨਾਂ ਉਹਨਾਂ ਦੀਆਂ ਅਕਵਾਇਰ ਹੋ ਗਈਆਂ। ਪਰ ਸਰਕਾਰ ਝੁਕੀ ਹੈ, ਇਹ ਛੋਟੀ ਜਿਹੀ ਜਿੱਤ ਜ਼ਰੂਰ ਹੈ ਜੀ। ਸ਼ਰਮਾ ਜੀ, ਤੁਹਾਡੇ ਸਮੀਕਰਨ ਕੀ ਕਹਿੰਦੇ ਨੇ ਵੀ ਸਰਕਾਰ ਇੰਨੀ ਛੇਤੀ ਕਿਉਂ ਝੁਕ ਗਈ? ਦੇਖੋ, ਇਹ ਜਿਹੜੀ ਸਰਕਾਰ ਤੁਸੀਂ ਕਹਿੰਦੇ ਝੁਕੀ ਆ ਜਾਂ ਆਪਾਂ ਕਹਿੰਦੇ ਆ ਕਿ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨ ਲਈ ਆ, ਇਹਦੇ ਪਿੱਛੇ ਸਭ ਤੋਂ ਵੱਡੀ ਜਿਹੜੀ ਕਾਰਨ ਆ ਜਾਂ ਸਭ ਤੋਂ ਵੱਡੇ ਜਿਹੜੇ ਫੈਕਟਰ ਨੇ ਜਿਹੜੇ ਮੈਨੂੰ ਸਮਝ ਲੱਗਦੇ ਨੇ ਉਹ ਤੇ ਇਹੀ ਨੇ ਕਿ ਕਿਸਾਨ ਇਕਜੁੱਟ ਹੋਏ ਨੇ ਜੀ। ਜਿਹੜਾ ਕਿਸਾਨਾਂ ਦਾ ਇੱਕ ਸੰਗਠਨ ਬਣਿਆ, ਚਾਹੇ ਉਹ 32 ਸੰਗਠਨਾਂ ਨੇ ਬਣਾ ਕੇ ਇੱਕ ਬਣਾਇਆ ਜਿਹੜਾ ਸੰਯੁਕਤ ਕਿਸਾਨ ਮੋਰਚਾ, ਜਿਹੜਾ ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਦੱਸ ਦਿੱਤੀ ਕਿ ਅਸੀਂ ਇਕੱਠੇ ਆ, ਸਾਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਨੇ ਤੇ ਸਰਕਾਰਾਂ ਨੂੰ ਉਹਨਾਂ ਦਾ ਹੱਲ ਕਰਨਾ ਪਵੇਗਾ। ਚਾਹੇ ਹਾਲੇ ਤੱਕ ਦਿੱਲੀ ਸਰਕਾਰ ਨੇ ਉਹ ਹੱਲ ਨਹੀਂ ਕੀਤਾ, ਪਰ ਉਸ ਇਕਜੁੱਟਤਾ ਨੇ ਹੀ ਪੰਜਾਬ ਸਰਕਾਰ ਨੂੰ ਇਸ ਮਸਲੇ ਨੂੰ ਮੰਨਣ ਦੇ ਉੱਤੇ ਜਿਹੜਾ ਆ ਮਜਬੂਰ ਕੀਤਾ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਜਿਹੜਾ ਇਹ ਇੱਕੋ ਹੀ ਗੱਲ ਨਜ਼ਰ ਆਉਂਦੀ ਆ ਕਿ ਕਿਸਾਨਾਂ ਦੀ ਜਿਹੜੀ ਇਕਜੁੱਟਤਾ ਹੋਈ ਆ। ਅਸੀਂ ਛੋਟੇ ਹੁੰਦੇ ਤੋਂ ਪੜ੍ਹਦੇ ਆ ਕਿ ਕਿਸਾਨ ਭਾਰਤ ਜਿਹੜਾ ਆ ਉਹ ਖੇਤੀ ਪ੍ਰਧਾਨ ਦੇਸ਼ ਆ, ਇੱਥੇ ਦੀ ਜਿਹੜੀ ਬਹੁਤੀ ਆਬਾਦੀ ਆ ਉਹ ਖੇਤੀ ਨਾਲ ਜੁੜੀ ਹੋਈ ਆ। ਜਦੋਂ ਅਸੀਂ ਸਕੂਲ ਕਾਲਜ 'ਚ ਸੀਗੇ ਤੇ 80% ਪੜ੍ਹਦੇ ਸੀ, ਤੇ ਹੁਣ ਵੀ ਅਸੀਂ ਸਮਝਦੇ ਆ, ਦੇਖਦੇ ਆ, ਪੜ੍ਹਦੇ ਆ, ਫੈਕਟ ਐਂਡ ਫਿਗਰਸ ਦੀ ਜਿਹੜੀ ਗੱਲ ਕਰਦੇ ਆ, ਉਹ ਹੁਣ ਵੀ 50 ਤੋਂ 60% ਦੇ ਦਰਮਿਆਨ ਲੋਕ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹੋਏ ਨੇ। ਤੇ ਦੂਸਰੀ ਗੱਲ ਇਹ ਆ ਸਵਲੀਨ ਜੀ ਕਿ ਜਿੰਨੀ ਵੀ ਦੁਨੀਆ ਦੀ ਇੰਡਸਟਰੀ ਆ ਉਹ ਸਾਰੀ ਦੀ ਸਾਰੀ ਖੇਤੀ ਪ੍ਰੋਡਕਸ਼ਨ ਨਾਲ ਹੀ ਜੁੜੀ ਹੋਈ ਆ, ਚਾਹੇ ਉਹ ਕੱਪੜੇ ਦੀ ਆ, ਚਾਹੇ ਉਹ ਕਿਸੇ ਹੋਰ ਚੀਜ਼ ਦੀ ਆ। ਜੇ ਕੁਝ ਚੀਜ਼ਾਂ ਜਿਹੜੀਆਂ ਮਾਈਨਿੰਗ ਦੇ ਵਿੱਚੋਂ ਜਾਂ ਧਰਤੀ 'ਚੋਂ ਵੀ ਨਿਕਲ ਕੇ ਆਉਂਦੀਆਂ ਆ, ਉਹਨਾਂ ਦੇ ਵਿੱਚ ਵੀ ਫਿਰ ਬਹੁਤੀਆਂ ਜਿਹੜੀਆਂ ਚੀਜ਼ਾਂ ਆ ਉਹ ਖੇਤੀ ਨਾਲ ਹੀ ਜੁੜੀਆਂ ਹੋਈਆਂ। ਜਿੱਦਾਂ ਕੁਲਦੀਪ ਜੀ ਨੇ ਦੱਸਿਆ ਕਿ ਪੈਟਰੋਲ ਦੇ ਨਾਲ ਵੀ ਹੁਣ ਐਥੇਨੋਲ ਦੀ ਵਰਤੋਂ ਜਿਹੜੀ ਆ ਹੋ ਰਹੀ ਆ। ਸੋ ਇਹ ਜਿਹੜਾ ਕਿਸਾਨ ਆ ਉਹਦੀ ਜਿਹੜੀ ਮਿਹਨਤ ਦਾ ਮੁੱਲ ਆ ਉਹ ਬਿਲਕੁਲ ਜਾਇਜ਼ ਨਹੀਂ ਹੈਗਾ ਹਾਲੇ ਤੱਕ ਵੀ। ਜਿਸ ਗੱਲਾਂ ਦੀ, ਜਿਸ ਦਾਅਵੇ ਦੀ ਗੱਲ ਮੋਦੀ ਸਰਕਾਰ ਕਰਦੀ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ ਜਾਂ ਤਿੱਗਣੀ ਕਰਨੀ ਆ, ਜਾਂ ਸਵਾਮੀਨਾਥਨ ਰਿਪੋਰਟ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ, ਜੇ 52 ਰੁਪਏ ਪਰ ਕੁਇੰਟਲ ਕਿਸਾਨ ਨੂੰ ਉਹਦੀ ਲੇਬਰ ਮਿਣੀ ਜਾਂਦੀ ਆ, ਗਿਣੀ ਜਾਂਦੀ ਆ, ਮਿੱਥੀ ਜਾਂਦੀ ਆ, ਤੋਲੀ ਜਾਂਦੀ ਆ, ਤੇ ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਜਿਹੜੇ ਬੰਦੇ ਖੇਤੀ ਕਰਦੇ ਹੋ ਇਸ ਗੱਲ ਨੂੰ ਸਮਝਦੇ ਆ। ਪੂਰੇ ਸਾਲ ਦੀ ਫਸਲ ਆ, 300 ਜਾਂ 400 ਕੁਇੰਟਲ ਜੇ ਗੰਨਾ ਹੁੰਦਾ ਤੇ ਉਹਨੂੰ 50 ਨਾਲ ਗੁਣਾ ਕਰ ਲਈਏ, 52 ਨਾਲ ਗੁਣਾ ਕਰੀਏ, ਤੇ ਉਹ ਕੁਝ ਜਿਹੜੀ ਰਕਮ ਬਣਦੀ ਆ ਉਹ ਕਿਸਾਨ ਨੂੰ ਤੇ ਉਹਦੀ ਮੇਰਾ ਖਿਆਲ ਆ ਕਿ ਇੱਕ ਨਾਰਮਲ ਦਿਹਾੜੀਦਾਰ ਜਿੰਨੀ ਦਿਹਾੜੀ ਮਸੀ ਮਿਲਦੀ ਹੋਣੀ ਆ ਉਹਦੀ ਫੈਕਟ ਦੇ ਵਿੱਚੋਂ। ਪਰ ਫਿਰ ਵੀ ਜਿਹੜੀ ਤੁਹਾਡਾ ਸਵਾਲ ਆ ਕਿ ਕਿਸਾਨ ਚੁੱਕੀ ਆ, ਉਹਦੀ ਬਿਲਕੁਲ ਇੱਕੋ ਹੀ ਗੱਲ ਆ ਕਿ ਕਿਸਾਨ ਇਕਜੁੱਟ ਹੋਏ ਨੇ। ਕਾਰਲ ਮਾਰਕਸ ਦੀ ਜਿਹੜੀ ਥਿਊਰੀ ਸੀਗੀ ਕਿ ਜਦੋਂ ਦੁਨੀਆ ਦੇ ਮਜ਼ਦੂਰ ਇਕੱਠੇ ਹੋ ਜਾਣਗੇ ਫਿਰ ਕਾਰਪੋਰੇਟ ਅਦਾਰੇ ਜਿਹੜੇ ਆ ਜਾਂ ਜਿਹੜੀਆਂ ਵੀ ਵੱਡੀਆਂ ਮੋਹਰਲੀਆਂ ਧਿਰਾਂ ਆ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਸਾਡੀ ਹੋਂਦ ਜਿਹੜੀ ਆ ਉਹ ਇਹਨਾਂ ਦੇ ਨਾਲ ਹੀ ਆ। ਇੱਕ ਕੋਆਪਰੇਸ਼ਨ ਜਿਹੜਾ ਆ ਉਹ ਜ਼ਿਆਦਾ ਜ਼ਰੂਰੀ ਆ ਰਾਦਰ ਦੈਨ ਕਾਰਪੋਰੇਟਸ ਕਲਚਰ ਨਾਲੋਂ। ਸੋ ਦੋਨੋਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਨੇ। ਜੇ ਮਿੱਲਾਂ ਨਾ ਹੋਣ ਤਾਂ ਕਿਸਾਨ ਕੁਝ ਨਹੀਂ ਕਰ ਸਕਦੇ, ਜੇ ਕਿਸਾਨੀ ਨਾ ਹੋਵੇ ਤਾਂ ਮਿੱਲਾਂ ਕੀ ਪੀੜੂਗੀਆਂ। ਪਰ ਉਹ ਜਿਹੜੀ ਗੱਲ ਆ ਉਹਦੇ ਵਿੱਚ ਫਿਰ ਅਸੀਂ ਗੱਲ ਕਰਦੇ ਹਾਂ ਕਿ ਇਲੈਕਸ਼ਨ ਰਿਫਾਰਮਸ ਦੀ ਗੱਲ ਆਉਂਦੀ ਆ, ਚੋਣਾਂ ਮਹਿੰਗੀਆਂ ਦੀ ਗੱਲ ਆਉਂਦੀ ਆ, ਤੇ ਨੋਟ ਉਹਨਾਂ ਨੂੰ ਫਿਰ ਉਹਨਾਂ ਕਾਰਪੋਰੇਟਸ ਤੋਂ ਮਿਲਦੇ ਆ ਤੇ ਉੱਥੇ ਸਮੱਸਿਆ ਖੜੀ ਹੁੰਦੀ ਆ। ਪਰ ਫਿਰ ਲੀਡਰਾਂ ਨੂੰ, ਕਾਰਪੋਰੇਟਸ ਨੂੰ ਇਹ ਗੱਲ ਸੋਚਣੀ ਪਊਗੀ, ਸਰਕਾਰਾਂ ਬਣਾਉਣ ਵਾਲਿਆਂ ਨੂੰ ਵੀ ਇਹ ਗੱਲ ਸੋਚਣੀ ਪੈਣੀ ਆ ਕਿ ਵੋਟਾਂ ਜਿਹੜੀਆਂ ਆ ਨੋਟਾਂ ਨਾਲ ਖਰੀਦਣੀਆਂ ਆ। ਜੇ ਤੁਸੀਂ ਵੋਟ ਵੀ ਲੈਣੇ ਆ ਤੇ ਤੁਸੀਂ ਉਹਨਾਂ ਲਈ ਨੋਟ ਦੀ ਲੋੜ ਆ, ਪਰ ਜੇ ਇਕੱਲੇ ਨੋਟ ਹੀ ਹੋਣਗੇ, ਜੇ ਵੋਟਾਂ ਤੁਹਾਨੂੰ ਨਹੀਂ ਪੈਣਗੀਆਂ ਫਿਰ ਤੁਸੀਂ ਕੀ ਕਰੋਗੇ? ਸੋ ਜਿਹੜਾ ਮਸਲਾ ਆ ਉਹ ਸਿਰਫ ਔਰ ਸਿਰਫ ਇਹਨਾਂ ਦੇ ਸੰਗਠਨ ਦੀ ਤਾਕਤ ਆ, ਜਿਹਨੂੰ ਅਸੀਂ ਏਕੇ 'ਚ ਜਿੱਤ, ਏਕੇ ਦੀ ਤਾਕਤ ਕਹਿੰਦੇ ਸੀ, ਏਕੇ ਦਾ ਬਲ ਕਹਿੰਦੇ ਸੀ, ਉਹਦੀ ਜਿੱਤ ਹੋਈ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ।
ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਇਸ ਵੇਲੇ ਸਭ ਦੇ ਮਨ 'ਚ ਇੱਕ ਸਵਾਲ ਆ ਵੀ ਕਿਸਾਨਾਂ ਨੂੰ ਪੰਜਾਬ 'ਚ ਜਿੱਤ ਮਿਲ ਗਈ ਹੈ ਤੇ ਕੀ ਦਿੱਲੀ 'ਚ ਵੀ ਇਸ ਜਿੱਤ ਦਾ ਫਰਕ ਪਵੇਗਾ? ਓਵਰਆਲ ਜੋ ਸਿਚੁਏਸ਼ਨ ਆ ਨਾ ਜੀ, ਭਾਵੇਂ ਉਹ ਕਿਤੇ ਵੀ ਕੋਈ ਜਿੱਤ ਹੋਵੇ ਉਸਦਾ ਫਰਕ ਜ਼ਰੂਰ ਪੈਂਦਾ ਜੀ। ਇੱਕ ਤੇ ਪਹਿਲੀ ਗੱਲ ਕਿ ਪੰਜਾਬ ਵਿੱਚ ਹੀ ਪਿਆ। ਹੂੰ। ਹੁਣ ਤੁਸੀਂ ਦੇਖੋ ਕਿ ਬੇਰੁਜ਼ਗਾਰ ਅਧਿਆਪਕ ਤੇ ਹੋਰ ਕਈ ਮਹਿਕਮਿਆਂ ਦੇ ਲੋਕ ਕਿੰਨੀ ਦੇਰ ਤੋਂ ਹੜਤਾਲਾਂ ਤੇ ਬੈਠੇ ਹੋਏ ਨੇ, ਬਿਲਕੁਲ ਟੈਂਕੀਆਂ ਤੇ ਚੜ੍ਹੇ ਹੋਏ ਨੇ, ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ, ਜੀ। ਰੋਜ਼ ਡਾਂਗਾਂ ਪੈਂਦੀਆਂ ਨੇ, ਹੂੰ। ਬੁਛਾਰਾਂ ਪੈਂਦੀਆਂ ਨੇ। ਬਿਲਕੁਲ। ਕਿਸਾਨ ਜਿਹੜੇ ਨੇ, ਕਿਸਾਨ ਪਹਿਲੀ ਵਾਰੀ ਜਾਗਰਤ ਹੋਏ ਨੇ। ਹੂੰ। ਇਸ ਤਰ੍ਹਾਂ ਮੁਲਕ ਵਿੱਚ ਕਿਸਾਨਾਂ ਦੇ ਅੰਦੋਲਨ ਪਹਿਲਾਂ ਵੀ ਹੋਏ ਨੇ, ਪਰ ਇੰਨੇ ਆਰਗੇਨਾਈਜ਼ਡ ਪਹਿਲੀ ਵਾਰੀ ਹੋਏ ਨੇ। ਜੀ। ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ, ਭਾਵੇਂ ਉਹਦੇ ਵਿੱਚੋਂ ਛੋਟੀ ਮੋਟੀ ਊਚ ਨੀਚ ਦੀ ਖਬਰ ਆਉਂਦੀ ਰਹਿੰਦੀ ਹੈ, ਜਦੋਂ ਇੰਨੀਆਂ ਜ਼ਿਆਦਾ ਧਿਰਾਂ ਇੱਕ ਜਗ੍ਹਾ ਤੇ ਮੌਜੂਦ ਹੋਣ ਜੀ। ਤੇ ਉਹਨਾਂ ਨੇ ਇੰਨੇ ਮੁੱਦਿਆਂ ਤੇ ਸਰਕਾਰ ਨਾਲ, ਕਈ ਧਿਰਾਂ ਨਾਲ, ਪ੍ਰਸ਼ਾਸਨ ਨਾਲ, ਪੁਲਿਸ ਨਾਲ, ਹੋਰਨਾਂ ਨਾਲ ਗੱਲਬਾਤ ਕਰਨੀ ਹੋਵੇ ਤੇ ਫਿਰ ਮਾੜੀ ਮੋਟੀ ਗੱਲ ਹੋ ਜਾਂਦੀ ਹੈ। ਜੀ। ਪਹਿਲਾਂ ਇਹਨਾਂ ਨੂੰ ਬਹੁਤ ਤੂਲ ਦਿੱਤੀ ਗਈ। 26 ਜਨਵਰੀ ਵਾਲਾ ਮੁੱਦਾ ਹੁਣ ਬਹੁਤ ਪਿੱਛੇ ਰਹਿ ਗਿਆ ਜਾਪਦਾ। 26 ਜਨਵਰੀ ਤੋਂ ਬਾਅਦ 15 ਅਗਸਤ ਵੀ ਲੰਘ ਗਈ ਹੈ। ਜੀ। ਕਿਸਾਨਾਂ ਨੇ ਵੀ ਸਬਕ ਸਿੱਖੇ ਨੇ, ਨੌਜਵਾਨਾਂ ਨੇ ਵੀ ਸਿੱਖੇ ਨੇ। ਕੁਝ ਗਲਤੀਆਂ ਤੇ ਹੋਈਆਂ ਹੋਣਗੀਆਂ। ਜੀ। ਅੰਦੋਲਨ ਦਾ ਕੋਈ ਕਨਸਟੀਟਿਊਸ਼ਨ ਤੇ ਹੁੰਦਾ ਨਹੀਂ। ਅੰਦੋਲਨ ਹੀ ਹੁੰਦਾ। ਜੀ। ਇੱਕਦਮ ਬਣੀ ਸੀ ਮੁਹਿੰਮ ਉਹ, ਤੇ ਸਾਰੇ ਭਾਰਤ ਨੂੰ ਜਗਾਇਆ ਇਸਨੇ। ਤੇ ਇਸ ਵੇਲੇ ਜਾਗੇ ਹੋਏ ਸੂਬਿਆਂ ਦੇ ਵਿੱਚੋਂ ਪੰਜਾਬ ਹੈ, ਹਰਿਆਣਾ ਹੈ ਤੇ ਉੱਤਰ ਪ੍ਰਦੇਸ਼ ਹੈ। ਜੀ। ਜੇਜੀਪੀ ਦੇ ਆਗੂ ਕੱਲ ਹਰਿਆਣੇ ਦੇ ਵਿੱਚ ਕੰਧਾਂ ਟੱਪ ਕੇ ਉਹਨਾਂ ਨੇ ਆਪਣਾ ਜਾਨ ਛੁਡਾਈ ਹੈ। ਜੀ। ਖੈਰ ਕਿਸਾਨ ਉਹਨਾਂ ਨੂੰ ਮਾਰਨ ਤਾਂ ਨਹੀਂ ਪਏ ਸੀ, ਪਰ ਜਦੋਂ ਸਵਾਲ ਦਾ ਜਵਾਬ ਨਾ ਆਵੇ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਮੁਸ਼ਕਲ ਸਥਿਤੀ ਬਣ ਜਾਂਦੀ ਹੈ। ਜੀ। ਇਸ ਦਾ ਅਸਰ ਜ਼ਰੂਰ ਜਾਵੇਗਾ। ਜੇ ਇਹ ਵੀ ਆਖਿਆ ਜਾਂਦਾ ਸੀ ਕਿ ਜਿਹੜੀ ਕਣਕ ਤੇ ਝੋਨੇ ਦੀ ਲੜਾਈ ਹੈ ਨਾ, ਇਹ ਸਾਰੇ ਪੰਜਾਬ ਦੀ ਨਹੀਂ, ਇਹ ਕੁਝ ਖਿੱਤੇ ਦੀ ਹੈ। ਜੀ। ਪਰ ਜਦੋਂ ਕਿਸਾਨ ਦੀ ਹੋਂਦ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਰੇ ਪੰਜਾਬ ਦਾ ਮੁੱਦਾ ਬਣ ਜਾਂਦਾ। ਜਿੰਨੇ ਜਲੰਧਰ ਮੁਜ਼ਾਹਰੇ ਦੇ ਵਿੱਚ ਇਹ ਕਿਸਾਨ ਬੈਠੇ ਹੋਏ ਸਨ, ਉਹ ਸਾਰੇ ਗੰਨੇ ਦੇ ਕਾਸ਼ਤਕਾਰ ਨਹੀਂ ਸਨ। ਜੀ। ਉਹਨਾਂ ਵਿੱਚ ਕਈ ਇਹੋ ਵੀ ਸਨ ਜਿਨ੍ਹਾਂ ਨੇ ਕਦੀ ਇੱਕ ਗੰਨੇ ਦਾ ਜਾੜ ਨਾ ਬੀਜਿਆ ਹੋਵੇ, ਤੇ ਪਰ ਉੱਥੇ ਉਹਨਾਂ ਨੇ ਹਾਜ਼ਰੀ ਭਰੀ ਹੈ। ਇਕਜੁੱਟਤਾ ਦਾ ਪ੍ਰਗਟਾਵਾ ਹੋਇਆ। ਹਾਲਾਂਕਿ ਕਿਸਾਨਾਂ ਨੇ ਪ੍ਰਬੰਧ ਇੱਥੇ ਵੀ ਕਰ ਲਿਆ ਸੀ, ਚੰਗੀ ਖਾਸੀ ਸਟੇਜ ਇੱਥੇ ਵੀ ਬਣ ਗਈ ਸੀ, ਪਰ ਲੰਬਾ ਚੱਲਣ ਵਾਲਾ ਨਹੀਂ ਸੀ। ਕਿਸਾਨਾਂ ਨੂੰ ਯਕੀਨ ਹੋ ਗਿਆ ਸੀ ਕਿ ਅਸੀਂ ਇੱਕ ਵਾਰੀ ਕੇਂਦਰ ਸਰਕਾਰ ਨੂੰ ਭਾਜਣਾ ਤੇ ਪਾਈਆਂ ਨੇ, ਸਾਡੀਆਂ ਮੀਟਿੰਗਾਂ ਹੋਈਆਂ ਨੇ, ਜਿਹੜੇ ਪਹਿਲਾਂ ਸਕੱਤਰ ਪੱਧਰ ਤੇ ਲੋਕਾਂ ਨਾਲ ਸਾਨੂੰ ਮਿਲਾ ਦਿੰਦੇ ਸੀ ਤੇ ਹੁਣ ਮਿਲਣ ਤੇ ਲੱਗੇ ਨੇ। ਭਾਵੇਂ 22 ਜਨਵਰੀ ਤੋਂ ਬਾਅਦ ਮੀਟਿੰਗ ਕੋਈ ਨਹੀਂ ਹੋਈ, ਪਰ ਸਰਕਾਰ ਦੇ ਦਿਮਾਗ 'ਚ ਤਾਂ ਹੈ ਨਾ। ਇਸ ਦਾ ਅਸਰ ਜ਼ਰੂਰ ਜਾਵੇਗਾ। ਇੱਕ ਤੇ ਇਧਰੋਂ ਕਿਸਾਨ ਫਾਰਗ ਹੋਣਗੇ ਤੇ ਇਸ ਦੇ ਨਾਲ ਬਲ ਮਿਲੇਗਾ ਕਿ ਆਰਗੇਨਾਈਜ਼ ਤਰੀਕੇ ਨਾਲ ਕਿਸੇ ਤੇ ਦਬਾਅ ਪਾਇਆ ਜਾਵੇ ਤੇ ਜਾਇਜ਼ ਮੰਗ ਜਿਹੜੀ ਆ ਜਾਇਜ਼ ਹੁੰਦੀ ਹੈ ਤੇ ਫਿਰ ਉਹ ਮਨਵਾਈ ਵੀ ਜਾ ਸਕਦੀ ਹੈ। ਟੈਕਟਫੁਲ ਵੀ ਹੋਣਾ ਪਏਗਾ ਤੇ ਰਾਜਨੀਤਿਕ ਪਾਰਟੀਆਂ ਤੇ ਦਬਾਅ ਵੀ ਬਣਾਉਣਾ ਪਏਗਾ, ਉੱਥੇ ਵੀ, ਮੋਰਚੇ ਤੇ ਵੀ, ਤੇ ਆਫ ਦਾ ਮੋਰਚਾ ਉਹਨਾਂ ਦੇ ਔਨ ਗਰਾਊਂਡ ਵੀ। ਹੁਣ ਇਲੈਕਸ਼ਨਾਂ ਨੇ, ਪੰਜਾਬ ਵਿੱਚ ਵੀ ਨੇ, ਉੱਤਰਾਖੰਡ ਵਿੱਚ ਵੀ ਤੇ ਯੂਪੀ ਵਿੱਚ ਵੀ। ਤੇ ਇੱਥੇ ਜੇ ਅਸਰ ਹੋਵੇ ਤੇ ਜੇ ਉੱਥੇ ਦੇ ਲੋਕ ਜਾਗਰਤ ਹੋਣ, ਉੱਥੇ ਵੀ ਕਿਸਾਨੀ ਬਹੁਤ ਹੈ। ਯੂਪੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ, ਗੰਨੇ ਦੀ ਕਾਸ਼ਤ ਉੱਥੇ ਵੀ ਹੁੰਦੀ ਹੈ। ਰੇਟ ਉਹਨਾਂ ਦਾ ਪਹਿਲਾਂ ਵੈਸੇ ਠੀਕ ਆ, ਪਰ ਪੇਮੈਂਟ ਨਹੀਂ ਉੱਥੇ ਵੀ ਮਿਲਦੀ ਲੋਕਾਂ ਨੂੰ। ਬਹੁਤ ਖੱਜਲ ਖੁਆਰੀ ਆ, ਹਰ ਫਸਲ ਦੀ ਖੱਜਲ ਖੁਆਰੀ ਜਿਹੜੀ ਆ ਹੁੰਦੀ ਹੈ। ਤੇ ਦੇਖੋ ਜਿਆਣੀ ਸਾਹਿਬ ਕਹਿੰਦੇ, ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਕਿ ਦੇਖੋ ਤੁਸੀਂ ਉੱਥੇ ਬਿਹਾਰ ਵਿੱਚ ਮੰਡੀਆਂ ਖਾਦੇ, ਉਹ ਕਹਿੰਦੇ ਪੰਜਾਬ ਵਾਲਿਆਂ ਨੂੰ ਕੀ ਤਕਲੀਫ ਹੈ। ਇਹ ਤਾਂ ਫਿਰ ਲਾਲੂ ਪ੍ਰਸਾਦ ਯਾਦਵ ਵਾਲੀ ਗੱਲ ਹੋਈ ਕਿ ਚਾਰਾ ਜਿਨ੍ਹਾਂ ਦਾ ਖਾਧਾ ਉਹ ਤਾਂ ਬੋਲਦੇ ਨਹੀਂ ਤੇ ਬਾਕੀਆਂ ਨੂੰ ਕੀ ਆ। ਇਹ ਗੱਲ ਮਾੜੀ ਆ ਆਪਣੇ ਆਪ ਦੇ ਵਿੱਚ, ਇਹੋ ਜਿਹੀ ਸੋਚ ਰੱਖਣੀ। ਭਾਰਤੀ ਜਨਤਾ ਪਾਰਟੀ ਕੋਲ ਇਸ ਵੇਲੇ ਤਾਕਤ ਹੈ, ਬਹੁਮਤ ਹੈ। ਪੰਜਾਬ ਨਾਲੋਂ ਫਰਕ ਹੈ ਗੱਲਾਂ ਦਾ। ਪੰਜਾਬ ਵਿੱਚ ਫਿਰ ਵੀ ਕਿਸਾਨੀ ਨੂੰ ਸਮਝਣ ਵਾਲੇ ਲੋਕ ਕੁਰਸੀਆਂ ਤੇ ਬੈਠੇ ਸਨ। ਉੱਥੇ ਤੇ ਜਮਾਵੜਾ ਜਿਹੜਾ ਹੈ ਉਹ ਕੁਝ ਖਾਸ ਕਿਸਮ ਦੇ ਲੋਕਾਂ ਦਾ, ਕੁਝ ਹੋਰ ਸੋਚ ਲਈ ਬੈਠੇ ਨੇ। ਉਹਨਾਂ ਨੂੰ ਸਮਝਾਉਣਾ ਤੇ ਕਿਸੇ ਮੁੱਦੇ ਤੇ ਲਿਆਉਣਾ ਮੁਸ਼ਕਲ ਹੋਵੇਗਾ। ਲੜਾਈ ਚੱਲੇਗੀ। ਰਾਜੇਵਾਲ ਸਾਹਿਬ ਨੇ ਵੀ ਕੱਲ ਇਹੋ ਗੱਲ ਜਲੰਧਰ ਚ ਆਖੀ ਹੈ ਕਿ ਇਹ ਸਾਨੂੰ ਲੱਗਦਾ ਹੈ ਕਿ ਹੱਲ ਹੋ ਜਾਣਾ ਹੈ। ਉਹਨਾਂ ਲਫ਼ਜ਼ ਵਰਤਿਆ ਕਿ ਪੰਜਾਬ ਸਰਕਾਰ ਦੀ ਅਕਲ ਲੱਗਦਾ ਹੈ ਕਿ ਟਿਕਾਣੇ ਆ ਗਈ ਹੈ, ਤੇ ਦੂਸਰੀ ਦੀ ਲਿਆਉਣ ਵਾਸਤੇ ਅਕਲ ਟਿਕਾਣੇ ਸਾਨੂੰ ਕੁਝ ਨਾ ਕੁਝ ਕਰਨਾ ਪਏਗਾ। ਉਹ ਦਾਅਵਾ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਵਜੂਦ ਗਵਾ ਚੁੱਕੀ ਹੈ। ਜੇ ਯੂਪੀ ਵਾਲੇ ਗੱਲ ਸਮਝ ਲੈਣ, 5 ਨਗਰ ਦੀ, ਮੁਜ਼ੱਫਰਨਗਰ ਦੀ ਰੈਲੀ ਹੁਣ ਦੱਸੇਗੀ ਕਿ ਆਦਿਤਿਆ ਯੋਗੀਨਾਥ ਦੀ ਸਰਕਾਰ ਉਹਨੂੰ ਕਿਵੇਂ ਰੋਕਣ ਦੇ ਯਤਨ ਕਰਦੀ ਹੈ। ਹਰਿਆਣੇ ਵਾਲਾ ਖੱਟਰ ਬਾਬੂ ਹੁਣ ਕੀ ਕਰਦਾ ਹੈ, ਜਿਹੜਾ ਕਹਿੰਦਾ ਸੀ ਕਿ ਦਿੱਲੀ ਕੂਚ ਕਰਨਾ ਕਿਸਾਨਾਂ ਦਾ ਠੀਕ ਨਹੀਂ। ਦਿੱਲੀ ਤੇ ਕਿਸਾਨ ਮੋਰਚਾ ਲਾਉਣ ਥੋੜ੍ਹੋ ਗਏ ਸੀ ਉੱਥੇ,
ਜੰਤਰ ਮੰਤਰ ਜਾਣਾ ਸੀ ਜਾਂ ਹੋਰਨਾਂ ਜਗ੍ਹਾ ਤੇ ਜਾਣਾ ਸੀ, ਆਪਣੀ ਗੱਲ ਕਰਕੇ ਆ ਜਾਣਾ ਸੀ। ਮਜਬੂਰ ਕੀਤਾ ਗਿਆ ਉੱਥੇ ਬੈਠਣ ਲਈ ਤੇ ਹੁਣ ਕਿਸਾਨ ਬੈਠੇ ਨੇ। ਮੈਨੂੰ ਲੱਗਦਾ ਹੈ ਕਿ ਦਿੱਲੀ ਵਾਲਾ ਮੋਰਚਾ ਹੁਣ ਮਜ਼ਬੂਤ ਹੋਵੇਗਾ, ਪਰ ਥੋੜਾ ਜਿਹਾ ਜਾਗਰਤ ਹੋਣ ਦੀ ਲੋੜ ਆ ਸਾਡੇ ਦੂਜੇ ਸੂਬਿਆਂ ਨੂੰ, ਤਾਂ ਹੀ ਜਿਹੜਾ ਸਰਕਾਰ ਤੇ ਦਬਾਅ ਬਣੇ। ਜੀ ਸ਼ਰਮਾ ਜੀ, ਅੱਜ ਪੰਜਾਬ 'ਚ ਇੱਕ ਹੋਰ ਵੀ ਬੜੀ ਉਥਲ-ਪੁਥਲ ਹੋਈ ਆ ਜੀ। ਕਾਂਗਰਸੀਆਂ ਨੇ ਕੈਪਟਨ ਸਰਕਾਰ ਦੇ ਵਿਰੁੱਧ ਹੀ ਮੋਰਚਾ ਵਿੱਢ ਲਿਆ। ਬਿਲਕੁਲ। ਇਹ ਬਗਾਵਤ ਦਾ ਕੀ ਕਾਰਨ ਹੈ? ਸੁਲੀਨ ਜੀ, ਇਹ ਜਿਹੜੀ ਬਗਾਵਤ ਆ, ਇਹਨੂੰ ਤੁਸੀਂ ਇਦਾਂ ਸਮਝੋ ਕਿ ਹੁਣ ਫੇਰ ਇੱਕ ਵਾਰ ਜਿਹੜੀ ਸਾਨੂੰ ਲੱਗਦਾ ਸੀਗਾ ਕਿ ਕੈਪਟਨ ਦੀ ਤੇ ਸਿੱਧੂ ਵਾਲੀ ਜਿਹੜਾ ਮਸਲਾ ਹੱਲ ਹੋ ਗਿਆ, ਉਹ ਇਦਾਂ ਸਮਝੋ ਕਿ ਉਹ ਹੱਲ ਨਹੀਂ ਹੋਇਆ ਸੀ, ਸਿਰਫ ਦੋਨਾਂ ਨੇ ਪੈਂਤਰੇ ਲਏ ਸੀ ਤੇ ਲੜਾਈ ਜਿਹੜੀ ਆ ਉਹ ਫੇਰ ਸ਼ੁਰੂ ਹੋ ਗਈ। ਪਹਿਲਾਂ ਕੈਪਟਨ ਸਾਹਿਬ ਨੂੰ ਲੱਗਦਾ ਸੀਗਾ ਕਿ ਮੈਂ ਆਹ ਟਰਮ ਖਤਮ ਕਰੂੰਗਾ, ਜਿੱਦਾਂ ਉਹਨਾਂ ਨੂੰ ਹਾਈ ਕਮਾਂਡ ਨੇ ਭਰੋਸਾ ਦਿਵਾਇਆ ਸੀ ਕਿ ਇਹ ਵਾਲੀ ਟਰਮ ਖਤਮ ਹੋਣ ਤੋਂ ਬਾਅਦ ਅਗਲੀ ਵਾਰ ਵੀ ਜਿਹੜਾ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਮੈਂ ਹੀ ਹੋਊਂਗਾ। ਜਦ ਕਿ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਪਿਛਲੀ ਵਾਰ ਇਲੈਕਸ਼ਨ ਲੜੀ ਸੀ, ਉਦੋਂ ਉਹਨਾਂ ਨੇ ਇਹ ਗੱਲ ਅਨਾਉਂਸ ਕਰ ਦਿੱਤੀ ਸੀ ਕਿ ਇਹ ਮੇਰੀ ਆਖਰੀ ਇਲੈਕਸ਼ਨ ਹੋਵੇਗੀ। ਤੇ ਸਿੱਧੂ ਸਾਹਿਬ ਦੀ ਇਸ ਪਾਰਟੀ ਦੇ ਵਿੱਚ ਜਿਹੜੀ ਲਿਆਂਦਾ ਗਿਆ ਸੀ, ਉਹਨਾਂ ਨੂੰ ਵੀ ਇਹ ਕਿਹਾ ਸੀਗਾ ਕਿ ਇਹ ਵਾਰ ਕੈਪਟਨ ਖਤਮ ਕਰ ਲੈਣਗੇ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਆ ਮੌਕਾ ਦਿੱਤਾ ਜਾਊਗਾ। ਖੈਰ, ਇਹੋ ਜਿਹੇ ਵਾਅਦੇ ਇੱਕ ਦੋ ਹੋਰ ਬੰਦਿਆਂ ਨਾਲ ਵੀ ਕੀਤੇ ਗਏ ਸੀ, ਪਰ ਰਾਜਨੀਤੀ ਆ, ਤੁਸੀਂ ਸਮਝਦੇ ਆ ਕਿ ਉਹ ਸਥਿਤੀਆਂ ਤੇ ਪ੍ਰਸਥਿਤੀਆਂ ਦੇ ਅਨੁਸਾਰ ਬਦਲਦੀ ਰਹਿੰਦੀ ਆ ਤੇ ਵਾਅਦੇ ਜਿਹੜੇ ਉਹ ਕੀਤੇ ਜਾਂਦੇ ਆ ਤੇ ਕਈ ਵਾਰ ਉਹ ਵਾਅਦੇ ਜਿਹੜੇ ਆ ਵਫਾ ਨਹੀਂ ਵੀ ਹੁੰਦੇ। ਪਰ ਉਸ ਤੋਂ ਬਾਅਦ ਕੈਪਟਨ ਸਾਹਿਬ ਜਦੋਂ ਤੋਂ ਸੋਨੀਆ ਗਾਂਧੀ ਨੂੰ ਮਿਲ ਕੇ ਆਏ ਆ ਤੇ ਜਦੋਂ ਤੋਂ ਉਹਨਾਂ ਨੂੰ ਉਹ 18 ਨੁਕਤਿਆਂ ਵਾਲੀ ਚਿੱਠੀ ਦਿੱਤੀ ਆ, ਉਹ ਕੁਝ ਕੁ ਦਿਨ ਸ਼ੁਰੂ ਦੇ ਵਿੱਚ ਇੱਕ ਦੋ ਦਿਨ ਤਾਂ ਉਹ ਜ਼ਰੂਰ ਤੱਤੇ ਹੋਏ ਉਹਨਾਂ 18 ਨੁਕਤਿਆਂ ਨੂੰ ਲੈ ਕੇ, ਪਰ ਬਾਅਦ ਵਿੱਚ ਉਹ ਫਿਰ ਇਸ ਗੱਲ ਨੂੰ ਲੈ ਕੇ ਦੁਬਾਰਾ ਸੁਸਤ ਹੋ ਗਏ। ਉਹ ਇਸ ਗੱਲ ਦੀ ਆਸ ਦੇ ਵਿੱਚ ਆ ਗਏ ਕਿ ਜੇ ਤਾਂ ਮੈਨੂੰ ਅਗਲੇ ਸਮੇਂ ਦੀ ਕੋਈ ਥਾਪੀ ਪੂਰੀ ਥਾਪੜਾ ਮਿਲੇਗਾ ਹਾਈ ਕਮਾਂਡ ਤੋਂ, ਫੇਰ ਹੀ ਮੈਂ ਉੱਤੇ ਕੰਮ ਕਰੂੰਗਾ, ਨਹੀਂ ਤਾਂ ਮੈਂ ਉਸ ਪਾਸੇ ਨੂੰ ਨਹੀਂ ਜਾਣਾ। ਤੇ ਸਿੱਧੂ ਸਾਹਿਬ ਦੂਸਰੇ ਪੈਂਤੜੇ ਤੇ ਸੀ ਕਿ ਮੈਂ ਆਪਣੇ ਆਪ ਨੂੰ ਪਾਰਟੀ ਲੈਵਲ ਤੇ ਵੀ ਤੇ ਪ੍ਰਦੇਸ਼ ਲੈਵਲ ਤੇ ਵੀ ਸਟਰੋਂਗ ਕਰਨਾ ਆ, ਕਿਉਂਕਿ ਇਹਨਾਂ ਨੂੰ ਹੁਣ ਥਾਪੜਾ ਮਿਲਿਆ ਹੋਇਆ ਜਾਪਦਾ ਵੀ ਅਗਲੀ ਵਾਰ ਜਿਹੜੀ ਆ ਉਹ ਤੁਹਾਡੀ ਆ। ਇਸੇ ਕਰਕੇ ਉਹਨਾਂ ਨੇ ਇੱਕ ਦਿਨ ਇਹ ਵੀ ਗੱਲ ਕਹੀ ਕਿ ਜਦੋਂ ਅਗਲੀ ਵਾਰ ਸਰਕਾਰ ਬਣੇਗੀ ਤੇ ਅਸੀਂ ਬਿਜਲੀ ਬਾਰੇ ਇਦਾਂ ਕਰਾਂਗੇ ਜਾਂ ਉਦਾਂ ਕਰਾਂਗੇ। ਉਹਨਾਂ ਦੇ ਬਿਆਨਾਂ ਤੋਂ ਇਹ ਜਾਪਦਾ ਸੀਗਾ ਕਿ ਉਹਨਾਂ ਨੂੰ ਥਾਪੜਾ ਜਿਹੜਾ ਉਹ ਮਿਲਿਆ ਹੋਇਆ। ਹਾਲਾਂਕਿ ਉਸ ਗੱਲ ਦੀ ਫਿਰ ਬਾਅਦ ਵਿੱਚ ਪੰਜਾਬ ਲੈਵਲ ਦੇ ਉੱਤੇ ਆਲੋਚਨਾ ਵੀ ਹੋਈ ਵੀ ਹੁਣ ਵੀ ਤਾਂ ਸਰਕਾਰ ਤੁਹਾਡੀ ਆ, ਪਰ ਉਹਨਾਂ ਦੇ ਕਹਿਣ ਦਾ ਮਤਲਬ ਅਗਲੀ ਵਾਰ ਦੀ ਸਰਕਾਰ ਤੋਂ ਸੀ ਕਿ ਕਿਉਂਕਿ ਅਗਲੀ ਵਾਰ ਦੀ ਸਰਕਾਰ ਉਹਨਾਂ ਦੇ ਸੋਚ ਮੁਤਾਬਕ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਕਹਾਣੀ ਚੱਲ ਰਹੀ ਆ ਕਿ ਲੀਡ ਉਹਨਾਂ ਨੇ ਕਰਨੀ ਸੀ। ਤੇ ਅੱਜ ਜਿਹੜੀ ਗੱਲ ਹੋਈ ਆ ਉਹਦੇ 'ਚ ਮੈਨੂੰ ਲੱਗਦਾ ਕੁਲਦੀਪ ਜੀ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇੱਥੇ ਕਿਤੇ ਨਾ ਕਿਤੇ ਜਿਹੜੀ ਗੰਨੇ ਵਾਲੀ ਰਾਜਨੀਤੀ ਆ ਉਹ ਵੀ ਅੱਜ ਵਾਲੀ ਬਗਾਵਤ ਲਈ ਜ਼ਿੰਮੇਵਾਰ ਸੀ, ਕਿਉਂਕਿ ਕੈਪਟਨ ਸਾਹਿਬ ਨੇ ਜਿੱਦਾਂ ਪਿਛਲੀਆਂ 2 ਮੀਟਿੰਗਾਂ ਤੋਂ ਬਾਅਦ ਅੱਜ ਕਿਸਾਨਾਂ ਨਾਲ ਸਿੱਧੀ ਮੀਟਿੰਗ ਰੱਖ ਲਈ ਸੀ ਤੇ ਉਹਨਾਂ ਨੇ ਉਹ ਤੈਅ ਕਰ ਲਿਆ ਸੀਗਾ ਕਿ ਜੇ ਉਹ 400 ਮੰਗਦੇ ਆ ਤੇ ਹਰਿਆਣੇ 'ਚ 358 ਆ ਤੇ ਉਹ ਜਿਹੜੀ ਗੱਲ ਆ ਕਿਤੇ ਨਾ ਕਿਤੇ 360 ਦੇ ਨੇੜੇ ਤੇੜੇ ਪੂਰੀ ਹੋਣੀ ਆ ਤੇ ਉਹ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਉਹ ਲੈਣਾ ਚਾਹੁੰਦੇ ਸੀ। ਤੇ ਉਸ ਤੋਂ ਐਨ ਮੌਕੇ ਤੇ ਜੇ ਅਸੀਂ ਗੰਨੇ ਦੀ ਗੱਲ ਕਰੀਏ ਤੇ ਸਾਰੇ ਪੰਜਾਬ 'ਚ ਗੰਨੇ ਦੀ ਜਿਹੜੀ ਆ ਕਾਸ਼ਤ ਨਹੀਂ ਕੀਤੀ ਜਾਂਦੀ, ਜਿੱਦਾਂ ਹੁਣੇ ਅਸੀਂ ਗੱਲ ਕਰਕੇ ਹਟੇ ਹਾਂ ਕਿ ਦੁਆਬੇ 'ਚ ਆ ਜਾਂ ਫਿਰ ਮਾਝੇ 'ਚ ਜੀ। ਤੇ ਉਧਰ ਤੋਂ ਹੀ ਉਹ ਦੋਨੋਂ ਤਿੰਨ ਮਿਨਿਸਟਰ ਜਿਹੜੇ ਮੁੱਖ ਨੇ, ਰੰਧਾਵਾ ਸਾਹਿਬ ਸੀ ਤੇ ਬਾਜਵਾ ਸਾਹਿਬ ਸੀ, ਉਹ ਵੀ ਉੱਥੇ ਉਸੇ ਗੇਮ ਦੇ ਵਿੱਚ ਨੇ, ਸਹਿਕਾਰਤਾ ਮੰਤਰੀ ਵੀ ਉਹੀ ਸੀ। ਤਾਂ ਉਸ ਚੀਜ਼ ਦਾ ਕ੍ਰੈਡਿਟ ਵੀ ਲਿਆ ਗਿਆ। ਕੈਪਟਨ ਸਾਹਿਬ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਉਸ ਮੀਟਿੰਗ ਤੋਂ ਐਨ 2 ਘੰਟੇ ਪਹਿਲਾਂ ਹੀ ਜਿਹੜੀ ਉਹ 32 ਬੰਦਿਆਂ ਨੇ ਮੀਟਿੰਗ ਕੀਤੀ ਤੇ ਉਹਦੇ ਨਾਲ ਫਿਰ ਕੈਪਟਨ ਸਾਹਿਬ ਲਈ ਇੱਕ ਵਾਰ ਤੇ ਲੱਗਣ ਲੱਗ ਗਿਆ ਸੀਗਾ ਦੁਪਹਿਰ ਜਿਹੀ ਨੂੰ ਕਿ ਸ਼ਾਇਦ ਇਹ ਗੰਨੇ ਵਾਲਾ ਜਿਹੜਾ ਮਸਲਾ ਆ ਇਹ ਲਟਕੀ ਜਾਵੇ, ਪਰ ਉਹ ਟਾਈਮ ਜਿਹੜਾ ਅੱਧਾ ਘੰਟੇ ਦਾ ਲੈ ਕੇ ਕੈਪਟਨ ਸਾਹਿਬ ਨੇ ਉਸ ਮਸਲੇ ਨੂੰ ਹੱਲ ਕੀਤਾ। ਪਰ ਇਹ ਜਿਹੜੀ ਬਗਾਵਤੀ ਸੁਰਾਂ ਆ ਇਹ ਹਾਲੇ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਚੱਲਣਗੀਆਂ, ਇਹਦਾ ਕੋਈ ਬਹੁਤੀ ਛੇਤੀ ਕੋਈ ਸਿੱਧਾ ਹੱਲ ਹੁੰਦਾ ਨਜ਼ਰ ਆਉਂਦਾ ਨਹੀਂ। ਕੁਲਦੀਪ ਜੀ, ਅੱਜ ਰਾਜੇ ਦੇ ਸਿੰਘਾਸਨ ਨੂੰ ਵਜ਼ੀਰਾਂ ਨੇ ਹੱਥ ਪਾ ਲਿਆ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਭ ਨੂੰ? ਦੇਖੋ, ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਸਟ੍ਰਾਈਕ ਦਾ ਆਇਰਨ ਵੈਨ ਹੌਟ। ਜਦੋਂ ਲੋਹਾ ਗਰਮ ਹੋਵੇ ਸੱਟ ਉਦੋਂ ਮਾਰਨੀ ਚਾਹੀਦੀ ਹੈ। ਜੀ। ਤੇ ਲੋਹਾ ਗਰਮ ਅੱਜ ਸੀਗਾ ਕਿਉਂਕਿ ਕਿਸਾਨਾਂ ਨਾਲ ਮੀਟਿੰਗ ਸੀ, ਪਰ ਮੈਂ ਇਹਨੂੰ ਇੱਕ ਤਰੀਕੇ ਨਾਲ ਦੇਖਦਾ ਠੀਕ ਆ ਕਿ ਰਾਜਨੀਤਿਕ ਜਿਹੜੀ ਖੇਡ ਹੈ ਨਾ ਉਹ ਕਿਵੇਂ ਚੱਲਦੀ ਹੈ, ਇੱਕ ਵੱਖਰਾ ਜਿਹਾ ਮੁੱਦਾ ਹੈ ਜੀ। ਪਰ ਜੋ ਸਹੀ ਤਰੀਕੇ ਨਾਲ ਜੋ ਬਣਦਾ ਹੁੰਦਾ ਹੈ, ਜਿੱਥੇ ਜੋ ਕਰਨਾ ਹੁੰਦਾ ਹੈ ਉੱਥੇ ਉਹੀ ਕੀਤਾ ਜਾਵੇ ਤਾਂ ਉਹ ਸਹੀ ਹੁੰਦਾ। ਸਹਿਕਾਰਤਾ ਮੰਤਰੀ ਇਸ ਸਭ ਦੇ ਮਿਡਲ ਦੇ ਵਿੱਚ ਸਨ ਸੁਖੀ ਰੰਧਾਵਾ, ਸੁਖਜਿੰਦਰ ਰੰਧਾਵਾ ਜੀ। ਉਹਨਾਂ ਨੇ ਬਿਲਕੁਲ ਸੈਂਟਰ ਦੇ ਵਿੱਚ ਹੋ ਕੇ ਪਹਿਲੇ ਦਿਨ ਮੀਟਿੰਗ ਕੀਤੀ, ਫਿਰ ਕੱਲ ਵੀ ਉਹ ਐਕਟਿਵ ਰਹੇ ਤੇ ਉਹਨਾਂ ਦਾ ਬੇਸਿਕਲੀ ਖੇਤਰ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਸੀ। ਸਹਿਕਾਰੀ ਮਿੱਲਾਂ ਆ ਪੰਜਾਬ ਦੇ ਵਿੱਚ ਤੇ ਮੰਤਰਾਲਾ ਉਹਨਾਂ ਦੇ ਕੋਲ ਆ ਤੇ ਉਹਨਾਂ ਨੇ ਇਸ ਗੱਲ ਦੇ ਮੈਂ ਸਮਝਦਾ ਕਿ ਪਰ ਉਹ ਦੂਸਰੇ ਪਾਸੇ ਅੱਜ ਪਾਸਾ ਪਲਟ ਗਏ ਤੇ ਉਹ 31-32 ਵਾਲੀ ਮੀਟਿੰਗ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਤੇ ਕਿਸਾਨੀ ਮੁੱਦੇ ਨੂੰ ਥੋੜਾ ਜਿਹਾ ਨਾ ਉਹ ਸਾਈਡਲਾਈਨ ਕਰ ਗਏ। ਜਾਂ ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਖੇਮੇ ਵੱਲੋਂ ਉਹਨਾਂ ਨੂੰ ਇਹ ਇਸ਼ਾਰਾ ਸੀ ਕਿਸੇ ਨਾ ਕਿਸੇ ਤਰੀਕੇ ਕਿ ਭਾਈ ਤੁਸੀਂ ਮੀਟਿੰਗਾਂ ਹੁਣ ਜਿਹੜੀਆਂ ਕਰਨੀਆਂ ਸੀ ਕਰ ਲਈਆਂ ਤੇ ਤੁਸੀਂ ਅਖੀਰ ਤੇ ਉੱਥੇ ਹੀ ਆਉਣਾ ਨਾ,
ਤੇ ਅੱਜ ਜਿਹੜਾ ਗੰਨੇ ਦਾ ਅਸਲੀ ਫੈਸਲਾ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹੋਣਾ ਜੀ। ਸੋ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤੀ ਸੁਰਾਂ ਉੱਠੀਆਂ ਨੇ ਤੇ ਬਹੁਤ ਸਟਰੋਂਗਲੀ ਉੱਠੀਆਂ ਨੇ ਜੀ। ਤੇ ਚੰਡੀਗੜ੍ਹ ਦੀ ਮੀਟਿੰਗ ਖਤਮ ਹੋ ਕੇ ਕਿਸਾਨ ਘਰ ਨੂੰ ਆ ਗਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਉਹ ਮੁਕਾ ਲਈ ਹੈ ਤੇ ਮਠਿਆਈ ਵੀ ਖਾ ਲਈ ਹੈ। ਤੇ ਜਿਹੜੇ ਸਾਡੇ 31 32 ਜਾਂ ਪਤਾ ਨਹੀਂ ਉਹ 60 ਜਾਂ 61 ਹੋਣਗੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਰੀ ਜਗ੍ਹਾ ਤੇ ਘੁੰਮ ਰਹੇ ਸੀ, ਪਰ ਅੱਜ ਇੰਨੇ ਕੁ ਹਾਜ਼ਰ ਸੀ, ਉਹ ਸਾਰੇ ਦੇ ਸਾਰੇ ਮੇਰਾ ਖਿਆਲ ਹੈ ਕਿ ਦਿੱਲੀ ਦੇ ਰਾਹੇ ਹੁਣ ਪੈਣ ਵਾਲੇ ਨੇ। ਤੇ ਦਿੱਲੀ ਹਾਈ ਕਮਾਂਡ ਦੇ ਵਿੱਚ ਉਹਨਾਂ ਨੂੰ ਕੋਈ ਅਜੇ ਉਹਨਾਂ ਨੂੰ ਕੋਈ ਸਮਾਂ ਫਿਕਸ ਜਿਹੜੀ ਆ ਕੋਈ ਮਿਲਿਆ ਨਹੀਂ। ਉਹ ਦੇਹਰਾਦੂਨ ਦੇ ਵਿੱਚ ਜਾਣ ਦੇ ਵੀ ਚਰਚੇ ਆ ਰਹੇ ਨੇ ਕਿ ਰਾਵਤ ਨੂੰ ਵੀ, ਹਰੀਸ਼ ਰਾਵਤ ਨੂੰ ਵੀ ਮਿਲਣਗੇ, ਪੰਜਾਬ ਦੇ ਇੰਚਾਰਜ ਨੇ। ਤੇ ਇੱਕ ਵਾਰੀ ਫੇਰ ਦਿੱਲੀ ਵੱਲ ਨੂੰ ਸਿਆਸਤ ਘੁੰਮਦੀ ਜਾਪਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਡਾਵਾਂਡੋਲ ਹੋ ਗਈ ਹੈ। ਸਾਫ਼ ਲਫ਼ਜ਼ਾਂ 'ਚ ਇਹ ਕਹਿ ਦੇਣਾ ਕਿ ਸਾਨੂੰ ਇਹ ਹੁਣ ਮੁੱਖ ਮੰਤਰੀ ਵਜੋਂ ਮਨਜ਼ੂਰ ਨਹੀਂ ਤੇ 4.5 ਸਾਲ ਘਰੋਂ ਨਹੀਂ ਨਿਕਲੇ ਤੇ ਸੁੱਤੇ ਰਹੇ ਨੇ। ਬਹੁਤ ਵੱਡੀ ਗੱਲ। ਪੰਜਾਬ ਦੀ ਸਿਆਸਤ ਦੇ ਕੁਝ ਵਰਕੇ ਹੋਰ ਵੀ ਫੋਲਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਨਾਲ ਬਣੇ ਰਹਿਣ ਲਈ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ। ਕੁਲਦੀਪ ਜੀ, ਗੱਲ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੀ, ਤੇ ਕੈਪਟਨ ਦੇ ਦਿਨ ਪੁੱਗ ਗਏ ਨੇ ਹੁਣ। ਦੇਖੋ, ਸਿਆਸਤ ਹੋਵੇ ਚਾਹੇ ਆਮ ਜ਼ਿੰਦਗੀ ਹੋਵੇ ਜੀ, ਹਰ ਵਿਅਕਤੀ ਦਾ ਸਮਾਂ ਹੁੰਦਾ, ਉਹ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਜੀ। ਪਰ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਕਮਜ਼ੋਰ ਜਾਪਦੇ ਨਹੀਂ ਜੇ ਦੇਖਿਆ ਜਾਵੇ ਓਪਰੀ ਨਜ਼ਰ ਤੋਂ। ਤੇ ਹਾਈ ਕਮਾਂਡ ਨੇ ਵੀ ਇਹ ਠਾਣਿਆ ਹੋਇਆ ਸੀ, ਜਿਵੇਂ ਅਮਰਿਤ ਜੀ ਨੇ ਪਹਿਲਾਂ ਦੱਸਿਆ ਕਿ ਚੋਣਾਂ ਤੱਕ ਕੋਈ ਗੱਲ ਨਹੀਂ ਤੇ ਆਖਰੀ ਵਾਰੀ ਕੈਪਟਨ ਜਿੱਦਾਂ ਉਹਨਾਂ ਨੇ ਕਹਿ ਦਿੱਤਾ ਸੀ ਪਹਿਲਾਂ, ਤੇ ਗਾਂ ਫਿਰ ਦੇਖੀ ਜਾਏਗੀ। ਤੇ ਚੋਣਾਂ ਲਗਾਉਣ ਤੱਕ ਦੀ ਉਹਨਾਂ ਦੀ ਹਾਈ ਕਮਾਂਡ ਕਾਂਗਰਸ ਦਾ ਜਿਹੜਾ ਸੀ ਮੁੱਦਾ ਕਿ ਉਹ ਚੋਣਾਂ ਤੱਕ ਹੀ ਕਿਸੇ ਤਰੀਕੇ ਸਮਾਂ ਪਾਸ ਕਰ ਲਿਆ ਜਾਵੇ ਤੇ ਮੁੱਦੇ ਇਸ ਤਰ੍ਹਾਂ ਖੜੇ ਕੀਤੇ ਜਾਣ ਕਿ ਸਾਨੂੰ ਜਿੱਤ ਪ੍ਰਾਪਤ ਹੋ ਜਾਵੇ। ਬਾਅਦ ਦੀ ਬਾਅਦ ਵਿੱਚ ਦੇਖੀ ਜਾਏਗੀ। ਜਿਵੇਂ ਕਿਸਾਨ ਵੀ ਇਸ ਵਾਰੀ ਕਹਿੰਦੇ ਸੀ ਕਿ ਇਸ ਵਾਰੀ ਰੇਟ ਵੱਧ ਗਿਆ ਤਾਂ ਵੱਧ ਗਿਆ, ਅੱਗੇ ਵਧਣਾ ਨਹੀਂ, ਤੇ 4 ਸਾਲ ਹੁਣ ਠੀਕ ਠਾਕ ਆ ਕੰਮ। ਚਲੋ, ਕੈਪਟਨ ਅਮਰਿੰਦਰ ਸਿੰਘ ਨੇ ਖੈਰ ਪਹਿਲਾਂ ਹੀ ਕਿਹਾ ਸੀ ਕਿ ਮੈਂ ਆਖਰੀ ਵਾਰੀ ਮੁੱਖ ਮੰਤਰੀ ਬਣਨਾ, ਤੇ ਫਿਰ ਉਹ ਉਸ ਵਾਅਦੇ ਤੋਂ ਪਿੱਛੇ ਹਟ ਗਏ। ਤੇ ਇਹ ਉਸ ਵਾਅਦੇ ਤੋਂ ਹੀ ਨਹੀਂ ਪਿੱਛੇ ਹਟੇ, ਜਿਹੜੇ ਲੋਕਾਂ ਨਾਲ ਕੀਤੇ ਹੋਏ ਸੀ ਉਹਨਾਂ ਤੋਂ ਤਾਂ ਪਿੱਛੇ ਹਟ ਹੀ ਗਏ ਸੀ। ਬਹੁਤ ਸਾਰੇ ਵਾਅਦੇ ਸੀ ਪੰਜਾਬ ਦੇ ਲੋਕਾਂ ਨਾਲ। ਫਿਰ ਉਹ ਇਸ ਤੇ ਦਲੀਲਬਾਜ਼ੀ ਵੀ ਕਰਨ ਲੱਗ ਪਏ ਕੈਪਟਨ ਅਮਰਿੰਦਰ ਸਿੰਘ ਕਿ ਦੇਖੋ ਮੈਂ ਕਿਹਨੂੰ ਫੜ ਕੇ ਅੰਦਰ ਕਰ ਦੇਵਾਂ, ਇਹ ਜੱਟਾਸ਼ਾਹੀ ਰਾਜਸ਼ਾਹੀ ਥੋੜ੍ਹਾ ਆ, ਇਹ ਕਿਸੇ ਦੇ ਖਿਲਾਫ ਸਬੂਤ ਚਾਹੀਦੇ ਆ। ਨਸ਼ਿਆਂ ਦਾ ਅਸੀਂ ਇਹ ਨਹੀਂ ਸੀ ਕਿਹਾ ਵੀ ਖਤਮ ਕਰ ਦੇਵਾਂਗੇ, ਕਿਹਾ ਲੱਕ ਤੋੜ ਦੇਵਾਂਗੇ, ਲੱਕ ਤੋੜ ਦਿੱਤਾ ਅਸੀਂ। ਹਾਂਜੀ, ਰੁਜ਼ਗਾਰ ਦੇ ਰਹੇ ਹਾਂ, ਇੰਨਾ ਦੇ ਰਹੇ ਹਾਂ, ਸਮਾਰਟਫੋਨ ਇੰਨੇ ਕੁ ਦੇ ਦਿੱਤੇ ਨੇ, ਕਰਜ਼ੇ ਇੰਨੇ ਸੀ ਮਾਫ ਕਰ ਦਿੱਤੇ ਨੇ। ਹੁਣ ਅਖਬਾਰਾਂ ਭਰੀਆਂ ਆਉਂਦੀਆਂ ਨੇ ਰੋਜ਼ ਰੰਗਦਾਰ ਇਸ਼ਤਿਹਾਰ, ਫੁੱਲ ਪੇਜ, ਕੁਆਟਰ ਪੇਜ, ਹਾਫ ਪੇਜ। ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਸਾਰੀਆਂ ਅਖਬਾਰਾਂ 'ਚ ਆਉਂਦੇ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਣਾਉਂਦੇ ਹੋਏ। ਬੱਸਾਂ ਭਰੀਆਂ ਪਈਆਂ ਨੇ, ਥਾਂ ਥਾਂ ਬੋਰਡ ਲੱਗੇ ਹੋਏ ਨੇ। ਉਹ ਪੂਰੇ ਇਲੈਕਸ਼ਨ ਮੋਡ ਦੇ ਵਿੱਚ ਸਨ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨੂੰ ਆਪਣਾ ਪਰਿਵਾਰ ਦੇ ਵਿੱਚੋਂ ਕੋਈ ਸਿਆਸੀ ਵਾਰਸ ਵੀ ਨਜ਼ਰ ਨਹੀਂ ਆਉਂਦਾ ਹਾਲ ਦੀ ਘੜੀ। ਰਣਿੰਦਰ ਰਾਜਨੀਤੀ ਦੇ ਵਿੱਚ ਉਹਨਾਂ ਦਾ ਮੈਨੂੰ ਲੱਗਦਾ ਕਿ ਉਹਨਾਂ ਦਾ ਬਹੁਤਾ ਸ਼ੌਕ ਨਹੀਂ ਹੈ। ਤੇ ਬੀਬੀ ਪਰਨੀਤ ਕੌਰ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਮੰਤਰੀ ਵੀ ਰਹੇ ਨੇ, ਪਰ ਉਸ ਹੱਦ ਤੱਕ ਹੀ ਸੀਮਤ ਨੇ। ਉਹਨਾਂ ਨੂੰ ਉੱਤਰਾਧਿਕਾਰੀ ਵਜੋਂ ਜਾਂ ਅਗਲੇ ਕਾਂਗਰਸ ਆਗੂ ਵਜੋਂ ਨਹੀਂ ਦੇਖਿਆ ਜਾਂਦਾ। ਹੁਣ ਲਾਈਨ ਵਿੱਚ ਕੌਣ ਆਉਂਦੇ ਨੇ? ਉਹ ਜਿਹੜੇ ਆਉਂਦੇ ਨੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਨਹੀਂ, ਬਲਕਿ ਉਹ ਖੁਦ ਵੀ ਅਜੇ ਬਣੇ ਰਹਿਣ ਦੇ ਚਾਹਵੰਦ ਸਨ। ਪਰ ਇਸ ਤੋਂ ਨਵਜੋਤ ਸਿੰਘ ਸਿੱਧੂ ਨੇ ਸਾਰੀ ਚੀਜ਼ ਨੂੰ ਪਲਟਾ ਦੇ ਕੇ ਜਦੋਂ ਸਾਰੀਆਂ ਧਿਰਾਂ ਨੂੰ ਆਪਣੀਆਂ ਨੂੰ ਇਕੱਠਿਆਂ ਕੀਤਾ ਤੇ ਹੈਰਾਨ ਹੋਏ ਲੋਕ ਕਿ ਜਿਹੜੇ ਕੱਲ ਤੱਕ ਕਹਿੰਦੇ ਸੀ ਕਿ ਅਸੀਂ ਕੱਟੜ ਹਮਾਇਤੀ ਹਾਂ ਕੈਪਟਨ ਸਾਹਿਬ ਦੇ, ਸਾਡਾ ਕੈਪਟਨ ਅਮਰਿੰਦਰ ਸਿੰਘ, ਤੇ ਉਹ ਕਿੱਧਰ ਖਲੋਏ ਨੇ। ਅਜੇ ਵੀ ਵਿੱਚੋਂ ਕੁਝ ਵਿਧਾਇਕ ਇਹੋ ਜਿਹੇ ਨੇ ਜਿਨ੍ਹਾਂ ਬਾਰੇ ਸਪਸ਼ਟ ਨਹੀਂ ਹੈ, ਉਹ ਚੁੱਪਚਾਪ ਜਿਹੇ ਨੇ, ਜਾਂ ਤਾਂ ਉਹਨਾਂ ਬਾਰੇ ਇਹ ਵੀ ਆਖਿਆ ਜਾ ਰਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਹੁਣ ਬਣਨਾ ਕੁਝ ਨਹੀਂ। 4-5 ਤੇ ਨਾਲ ਹਨ ਉਹਨਾਂ ਦੇ ਸਿੱਧੇ ਤੌਰ ਤੇ, ਪਰ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਉਹਨਾਂ ਦਾ ਸਿੰਘਾਸਨ ਡਾਵਾਂਡੋਲ ਲੱਗਦਾ ਹੈ। ਘੱਟੋ ਘੱਟ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਸ ਨੂੰ ਹੱਥ ਪਿਆ ਹੋਇਆ। ਤੇ ਜੇ ਉਹ ਆਉਣ ਵਾਲੇ 4 ਮਹੀਨੇ ਜਾਂ 5 ਮਹੀਨੇ ਕੱਢ ਜਾਂਦੇ ਨੇ ਜਾਂ ਚੋਣਾਂ ਤੱਕ ਵੀ ਸਮਾਂ ਕੱਢ ਜਾਂਦੇ ਨੇ, ਤੇ ਇਹ ਫਿਰ ਉਹਨਾਂ ਦੀ ਰਾਜਨੀਤਿਕ ਕਾਮਯਾਬੀ ਮੈਂ ਆਖਾਂਗਾ। ਤੇ ਜੇ ਉਸ ਤੋਂ ਗਾਂਹ ਐਕਸਟੈਂਡ ਕਰਦੇ ਨੇ ਕਿਸੇ ਤਰੀਕੇ, ਫਿਰ ਤੇ ਬਹੁਤੇ ਕਾਮਯਾਬ ਨੇ, ਫਿਰ ਤਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ। ਪਰ ਕਾਂਗਰਸ ਹਾਈ ਕਮਾਂਡ, ਪਰ ਕਾਂਗਰਸ ਦੇ ਆਗੂ, ਮੌਜੂਦਾ ਆਗੂ, ਇਹ ਸਾਰੇ ਲੋਕ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖ ਰਹੇ ਨੇ ਕਿ ਅਸੀਂ ਗਾਂਹ ਵਾਲੀਆਂ ਵੋਟਾਂ ਦੇ ਵਿੱਚ ਲੋਕਾਂ ਨੂੰ ਜਵਾਬ ਕਿਵੇਂ ਦੇਣਾ ਹੈ,
ਕੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦੇ ਅਸੀਂ ਜਵਾਬ ਦੇ ਸਕਦੇ ਹਾਂ? ਨਵਜੋਤ ਸਿੰਘ ਸਿੱਧੂ ਪਹਿਲਾਂ ਬੋਲਦੇ ਨਹੀਂ, ਕੱਲ ਟਵੀਟ ਕਰਦੇ ਨੇ ਕਿ ਸਾਨੂੰ ਮੁੱਲ ਜਿਹੜਾ ਹੈ ਹਰਿਆਣੇ ਦੇ ਕਿਸਾਨਾਂ ਜਿੰਨਾ ਮਿਲਣਾ ਚਾਹੀਦਾ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਚੱਕੋ 58 ਨਹੀਂ 358 ਨਹੀਂ 360 ਕੀਤਾ, 2 ਰੁਪਏ ਉੱਪਰ ਕੀਤੇ ਜੀ। ਠੀਕ ਹੈ ਜੀ, ਉਹਨਾਂ ਨੇ ਆਪਣਾ, ਕਿਉਂਕਿ ਮੁੱਖ ਮੰਤਰੀ ਨੇ ਡਿਸੀਜਨ ਲੈ ਸਕਦੇ ਨੇ। ਇੱਕ ਤਾਲਮੇਲ ਕਮੇਟੀ ਤਾਂ ਜੇ ਕੱਲ ਬਣਾਈ ਹੈ, ਕੱਲ ਦੀਆਂ ਗੱਲਾਂ ਨੇ, ਜਿਸ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਜਿਹੜੇ ਮੰਤਰੀ ਨੇ ਜਾਂ MLA ਨੇ ਉਹਨਾਂ ਨੂੰ ਇਕੱਠਿਆਂ ਬਿਠਾਉਣ ਦੀ ਗੱਲ ਹੋ ਰਹੀ ਕਿ ਕਾਂਗਰਸ ਭਵਨ ਦੇ ਵਿੱਚ ਹੁਣ ਮੀਟਿੰਗਾਂ ਹੋਇਆ ਕਰਨਗੇ ਤੇ ਲੋਕਾਂ ਦੇ ਫੈਸਲੇ ਕਰਿਆ ਕਰਨਗੇ, ਲੋਕਾਂ ਦੀਆਂ ਮੰਗਾਂ ਸੁਣੀਆਂ ਜਾਣਗੀਆਂ, ਲੋਕਾਂ ਦੀ ਸ਼ਿਕਾਇਤਾਂ ਸੁਣ ਹੋਣਗੀਆਂ। ਉਹ ਕਿੱਥੇ ਜਾਣਗੀਆਂ? ਇਸ ਤਰ੍ਹਾਂ 18 ਨੁਕਾਤੀ ਪ੍ਰੋਗਰਾਮ ਵੀ ਜਿਹੜਾ ਖੂਹ 'ਚ ਪੈਂਦਾ ਜਾਪ ਰਿਹਾ, ਉਹ ਜਿਹੜੀ ਇੱਕ ਤਾਲਮੇਲ ਕਮੇਟੀ ਬਣਾਈ ਆ ਉਹ ਵੀ ਖਤਮ ਹੁੰਦੀ ਜਾਪ ਰਹੀ ਹੈ। ਸਾਰੇ ਹੁਣ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਆਂ ਲਾਉਣ ਵਾਸਤੇ ਤਿਆਰ ਹੋ ਗਏ ਨੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਇਹ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਬਾਜਵਾ ਸਾਹਿਬ ਦਾ ਇਹ ਕਹਿ ਦੇਣਾ ਕਿ ਸਾਨੂੰ ਇਹ ਮੁੱਖ ਮੰਤਰੀ ਵਜੋਂ ਮਨਜ਼ੂਰ ਨਹੀਂ, ਇਸ ਤੇ ਬਹੁਤ ਵੱਡੇ ਮਾਅਨੇ ਨੇ। 32 ਜਣੇ ਇੱਕ ਜਗ੍ਹਾ ਇਕੱਠੇ ਹੋਣੇ ਤੇ ਉਹ ਕੋਈ ਛੋਟੀ ਗੱਲ ਨਹੀਂ। ਮੈਂ ਸਮਝਦਾ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਕੋਈ ਠੋਸ ਸਟੈਪ ਲੈਣਾ ਪਏਗਾ, ਨਹੀਂ ਤੇ ਇਹ ਨਾਰਾਜ਼ ਧੜਾ ਉਹਨਾਂ ਦਾ ਨੁਕਸਾਨ ਕਰ ਦੇਵੇਗਾ। ਜੀ ਸ਼ਰਮਾ ਜੀ, ਜਿਵੇਂ ਕੁਲਦੀਪ ਸਿੰਘ ਜੀ ਨੇ ਹੁਣੇ ਹੀ ਕਿਹਾ ਵੀ ਕਿ ਜਿਹੜੇ ਉਹਦੇ ਮੰਤਰੀ ਸੀਗੇ ਉਹਨਾਂ ਦੇ ਕਾਂਗਰਸੀ, ਉਹ ਕਹਿੰਦੇ ਸੀ ਵੀ 4.5 ਸਾਲ ਇਹਨੇ ਕੁਝ ਨਹੀਂ ਕੀਤਾ, ਗਾਂਹ ਵੀ ਨਹੀਂ ਕਰਨਾ ਜੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤੇ ਇਹ ਵੀ ਇਲਜ਼ਾਮ ਲਾਇਆ ਕਿ ਬਾਦਲਾਂ ਦੇ ਨਾਲ ਸਾਠਗਾਂਠ ਚੰਗੀ ਆ, ਇਹਨਾਂ ਨੇ ਪਾਰਟੀ ਲਈ ਕੁਝ ਨਹੀਂ ਕਰਨਾ। ਤੇ ਕਿੰਨੀਆਂ ਕੁ ਮੁਸ਼ਕਲਾਂ ਕੈਪਟਨ ਲਈ ਖੜੀਆਂ ਹੋ ਜਾਣਗੀਆਂ? ਨੀਂਦ ਆ ਜਾਊਗੀ ਅੱਜ ਰਾਤ ਨੂੰ ਉਹਨਾਂ ਨੂੰ? ਦੇਖੋ, ਨੀਂਦ ਤੇ ਜਿਹੜੀ ਆ ਸਿਆਸਤਦਾਨਾਂ ਨੂੰ ਮੈਨੂੰ ਲੱਗਦਾ ਦਵਾਈ ਖਾ ਕੇ ਹੀ ਆਉਂਦੀ ਹੈ। ਜਿੰਨਾ ਕੁ ਸਾਨੂੰ ਸਮਝ ਲੱਗਦੀ ਹੈ ਰਾਤ ਨੂੰ ਇਹ ਮੁਸ਼ਕਲ ਹੀ ਸੌਂਦੇ ਨੇ, ਕਿਉਂਕਿ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕਿਸੇ ਨਾਲ ਵੀ ਕਰਦੇ ਹਾਂ ਤੇ ਕਈ ਵਾਰ ਕਹਿੰਦੇ ਨੇ 10 ਵਜੇ ਰਾਤ ਨੂੰ ਮਿਲ ਲਓ, 11 ਵਜੇ ਮਿਲ ਲਓ, ਮੀਟਿੰਗਾਂ ਦਾ ਦੌਰ ਜਿਹੜਾ ਚੱਲਦਾ ਹੀ ਰਹਿੰਦਾ ਜੀ। ਹਾਂ, ਬਿਲਕੁਲ ਠੀਕ ਗੱਲ ਆ ਤੁਹਾਡੀ ਕਿ ਚੈਨ ਦੀ ਨੀਂਦ ਨਹੀਂ ਆਊਗੀ। ਦੋਨੋਂ ਹੀ ਜਿਹੜੇ ਮੁੱਦੇ ਤ੍ਰਿਪਤ ਰਜਿੰਦਰ ਜੀ ਨੇ ਅੱਜ ਬਾਜਵਾ ਸਾਹਿਬ ਨੇ ਚੱਕੇ ਨੇ ਕਿ ਇੱਕ ਤਾਂ ਇਹਨਾਂ ਨੇ 4 ਸਾਲ ਕੀਤਾ ਕੁਝ ਨਹੀਂ, ਦੂਜਾ ਉਹਨਾਂ ਨੇ ਇਹ ਵੀ ਦੱਸਿਆ ਕਿ ਮਿਨਿਸਟਰਾਂ ਨੂੰ ਕਰਨ ਕੁਝ ਨਹੀਂ ਦਿੱਤਾ ਗਿਆ, ਸਾਡੇ ਹੱਥ ਬਸ ਕੁਝ ਨਹੀਂ ਸੀ, ਤੇ ਤੀਜੀ ਜਿਹੜੀ ਵੱਡੀ ਗੱਲ ਰੱਖੀ ਆ ਕਿ ਇਹਨਾਂ ਦੀ ਬਾਦਲਾਂ ਨਾਲ ਜਿਹੜੀ ਰਲੀ ਭੁਗਤ ਆ ਤੇ ਅਸੀਂ ਲੋਕਾਂ ਸਾਹਮਣੇ ਕਿੱਦਾਂ ਜਾਈਏ। ਇਹਦੇ ਵਿੱਚ ਵੀ ਮੈਨੂੰ ਇਹ ਲੱਗਦਾ, ਹਾਲਾਂਕਿ ਬਾਜਵਾ ਸਾਹਿਬ ਨੇ ਇਹ ਗੱਲ ਕਹੀ ਨਹੀਂ ਜਾਂ ਕਿਸੇ ਵੀ ਕਾਂਗਰਸੀ ਲੀਡਰ ਨੇ ਇਹ ਗੱਲ ਕਹੀ ਨਹੀਂ, ਇਹਦੇ 'ਚ ਵੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਆ ਉਹ ਕਿਸਾਨ ਅੰਦੋਲਨ ਦੀ ਆ ਕਿ ਸਾਰਿਆਂ ਨੂੰ ਹੀ ਲੀਡਰਾਂ ਨੂੰ ਬਾਹਰ ਨਿਕਲ ਕੇ ਜਵਾਬ ਦੇਣਾ ਔਖਾ ਹੋਇਆ ਪਿਆ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ, ਤੇ ਚਾਹੇ ਉਹ ਅਕਾਲੀ ਦਲ ਦੇ ਨੇ। ਸੁਖਬੀਰ ਸਿੰਘ ਬਾਦਲ ਵੀ ਜਦੋਂ ਪੰਜਾਬ ਤੋਂ ਬਾਹਰ ਨਿਕਲਦੇ ਨੇ, ਪੰਜਾਬ ਦੇ ਵਿੱਚ ਉਸ ਯਾਤਰਾ ਤੇ ਨਿਕਲਦੇ ਨੇ, ਤੇ ਲੋਕ ਸਵਾਲ ਉਹਨਾਂ ਨੂੰ ਵੀ ਉਹੀ ਪੁੱਛਦੇ ਨੇ ਤੇ ਕਾਂਗਰਸ ਵਾਲਿਆਂ ਨੂੰ ਵੀ ਉਹੀ ਪੁੱਛਦੇ ਨੇ। ਲੀਡਰਾਂ ਦੇ ਫੈਮਿਲੀ ਮੈਂਬਰਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਔਖਾ ਹੋਇਆ ਪਿਆ। ਪਿੱਛੇ ਜੇ ਇੱਕ MLA ਵੜਿੰਗ ਸਾਹਿਬ ਨੇ, ਉਹਨਾਂ ਦੀ ਵਾਈਫ ਨੂੰ ਵੀ ਕਿਸਾਨ ਆਗੂਆਂ ਨੇ ਘੇਰ ਲਿਆ ਤੇ ਉਹ 4.5 ਸਾਲ ਦੀ ਜਿਹੜੀ ਗੱਲ ਆ ਉਹ ਤੇ ਗੱਲ ਹੈਗੀ ਪੱਕੀ ਕਿ ਸਰਕਾਰ ਨੇ ਕਿਉਂਕਿ ਕੁਝ ਕੀਤਾ ਨਹੀਂ, ਪਰ ਅੱਗੇ ਲੋਕ ਇਹਨਾਂ ਨੂੰ ਇੰਨਾ ਖੁੱਲ੍ਹ ਕੇ ਸਵਾਲ ਨਹੀਂ ਸੀ ਪੁੱਛਦੇ। ਉਹ ਰਾਜੇਵਾਲ ਸਾਹਿਬ ਨੇ ਜਿਹੜੀ ਕੱਲ ਗੱਲ ਕੀਤੀ ਆ ਕਿ ਮੈਨੂੰ ਬਹੁਤ ਚੰਗਾ ਲੱਗਾ, ਉਹਨਾਂ ਨੇ ਆਖਿਆ ਕਿ ਜਿਹੜੀ ਸਾਡੇ ਤੋਂ ਅਗਲੀ ਪੀੜ੍ਹੀ ਆ ਉਹ ਆਪਣੀ ਗੱਲ ਨੂੰ ਲੀਡਰਾਂ ਸਾਹਮਣੇ, ਅਫਸਰਾਂ ਸਾਹਮਣੇ ਸੋਹਣੇ ਤਰੀਕੇ ਨਾਲ ਪੇਸ਼ ਕਰ ਰਹੀ ਆ। ਤੇ ਜਦੋਂ ਅਸੀਂ ਇਸ ਕਿਸਾਨ ਅੰਦੋਲਨ ਨੂੰ ਦਿੱਲੀ ਜਾ ਕੇ ਦੇਖਦੇ ਸੀ ਤੇ ਸਾਨੂੰ ਸਮਝ ਲੱਗਦੀ ਸੀ ਕਿ ਇਹ ਸਿਆਸਤ ਦੀ ਇੱਕ ਨਵੀਂ ਯੂਨੀਵਰਸਿਟੀ ਆ। ਲੋਕ ਆਪਣੇ ਹੱਕਾਂ ਪ੍ਰਤੀ ਸਜਗ ਹੋ ਰਹੇ ਨੇ, ਭਾਵੇਂ ਉਹ ਔਕੜਾਂ ਝੱਲ ਕੇ ਉੱਥੇ ਅੰਦੋਲਨ 'ਚ ਬੈਠੇ ਨੇ, ਪਰ ਉਹਨਾਂ ਦੇ ਜਿਹੜੇ ਦਿਮਾਗ ਨੇ ਉਹ ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ ਆਪਣੀਆਂ ਮੁਸੀਬਤਾਂ ਲਈ, ਆਪਣੇ ਹੱਕਾਂ ਲਈ ਬਹੁਤ ਤਿੱਖੇ ਹੋ ਰਹੇ ਨੇ। ਸੋ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਆ, ਕੈਪਟਨ ਸਾਹਿਬ ਲਈ ਮੁਸੀਬਤ ਬਿਲਕੁਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇੱਕ ਸਮਾਂ ਸੀ ਸਵਲੀਨ ਜੀ ਜਦੋਂ ਨਾ ਅਧਿਆਪਕਾਂ ਨੂੰ ਪੈਨਸ਼ਨ ਨਹੀਂ ਸੀ ਮਿਲਦੀ ਹੁੰਦੀ, ਕੋਈ 70 ਕੁ ਤੋਂ ਪਹਿਲਾਂ ਦੀ ਗੱਲ ਆ, ਤੇ ਜਦੋਂ ਰਿਟਾਇਰਮੈਂਟ ਦਾ ਟਾਈਮ ਆਉਂਦਾ ਸੀ ਤੇ ਉਹ ਜਿਹੜੇ ਸੀ ਨਾ ਬਹੁਤੇ ਟੀਚਰ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਸੀ ਤੇ ਇੱਕਾ ਦੁੱਕਾ ਘਟਨਾਵਾਂ ਸੁਸਾਈਡ ਦੀਆਂ ਵੀ ਮਿਲਦੀਆਂ। ਜਦੋਂ ਬੰਦੇ ਨੂੰ ਪਤਾ ਹੁੰਦਾ ਸੀ ਕਿ ਮੈਨੂੰ ਇੰਨੀ ਤਨਖਾਹ ਮਿਲਦੀ ਹੈ ਤੇ ਅਗਲੇ ਮਹੀਨੇ ਤੋਂ ਮੇਰਾ ਗੁਜ਼ਾਰਾ ਵੀ ਮੁਸ਼ਕਲ ਹੋ ਜਾਣਾ, ਤੇ ਉਹ ਬੜੀ ਗੰਭੀਰ ਸਮੱਸਿਆ ਸੀ। ਪਰ ਅੱਜ ਭਾਵੇਂ ਜਿਹੜੀ ਸਥਿਤੀ ਆ ਉਹੋ ਜਿਹੀ ਨਹੀਂ ਹੈਗੀ, ਲੀਡਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ, ਪਰ ਫੇਰ ਵੀ ਇਹ ਜਿਹੜੀ ਪਾਵਰ ਆ, ਇਹ ਜਿਹੜੀ ਕੁਰਸੀ ਆ, ਇਹਦਾ ਇੱਕ ਨਸ਼ਾ ਆ, ਉਹਨੂੰ ਤੁਸੀਂ ਛੱਡਣਾ ਜਿਹੜਾ ਆ ਉਹ ਬਹੁਤ ਔਖਾ ਲੱਗਦਾ। ਰਿਟਾਇਰਮੈਂਟ ਤੇ ਜਾਣ ਨੂੰ ਦਿਲ ਨਹੀਂ ਕਰਦਾ ਕਿਸੇ ਦਾ ਵੀ। ਇਸੇ ਕਰਕੇ ਐਸੇ ਅਸੀਂ ਰਾਸ਼ਟਰਪਤੀ, ਐਸੇ ਪ੍ਰਧਾਨ ਮੰਤਰੀ ਦੇਖਿਆ ਜਿਨ੍ਹਾਂ ਨੂੰ 2-2 ਬੰਦੇ ਫੜ ਕੇ ਤੋਰਦੇ ਸੀ ਤੇ ਉਹ ਫਿਰ ਨਹੀਂ ਸਿਆਸਤ ਛੱਡਦੇ, ਤੇ ਕੈਪਟਨ ਸਾਹਿਬ ਤੇ ਹਾਲੇ ਉਸ ਸਥਿਤੀ ਤੱਕ ਨਹੀਂ ਪਹੁੰਚੇ। ਪਰ ਫੇਰ ਵੀ ਜਦੋਂ ਅਸੀਂ ਰਾਜਨੀਤੀ ਦੇ ਵਿੱਚ ਬਦਲਾਅ ਦੀ ਗੱਲ ਕਰਦੇ ਹਾਂ, ਅਸੀਂ ਪਿੱਛੇ ਜਿਹੇ ਚੋਣਾਂ ਦੇਖੀਆਂ ਤੇ ਰਿਜ਼ਲਟ ਦੇਖਿਆ, ਤੇ ਕੇਰਲਾ ਦੀ ਪਾਰਟੀ ਸੀ, ਉਹਨਾਂ ਨੇ ਇਹ ਅਨਾਊਂਸ ਕੀਤਾ ਸੀ ਕਿ ਸਾਡੇ ਕੋਈ ਵੀ ਬੰਦਾ ਸਾਡੀ ਪਾਰਟੀ ਵੱਲੋਂ ਤੀਜੀ ਵਾਰ ਇਲੈਕਸ਼ਨ ਨਹੀਂ ਲੜੇਗਾ। ਅਸੀਂ ਦੁਨੀਆ ਦੇ ਕਈ ਅਜੀਬ ਮੁਲਕਾਂ ਦੀ ਐਸੀ ਗੱਲ ਕਰਦੇ ਹਾਂ ਜਿੱਥੇ ਇਹੋ ਜਿਹੇ ਕਾਨੂੰਨ ਬਣੇ ਹੋਏ ਨੇ ਕਿ 2 ਵਾਰ ਜਾਂ 3 ਵਾਰ ਹੀ ਜਿਹੜੀ ਇਲੈਕਸ਼ਨ ਆ ਉਹ ਲੜੀ ਜਾਂਦੀ ਆ। ਤੇ ਇਹਨਾਂ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਤੁਸੀਂ 1 ਵਾਰ ਰਾਜ ਕਰ ਲਿਆ, 2 ਵਾਰ ਰਾਜ ਕਰ ਲਿਆ, ਤੁਸੀਂ ਆਪਣੀ ਗੱਲ ਤੋਂ ਆਪ ਹੀ ਪਲਟ ਰਹੇ ਆ। ਤੁਸੀਂ ਇਲੈਕਸ਼ਨ ਤੋਂ ਪਹਿਲਾਂ ਕਹਿ ਦਿੱਤਾ ਸੀਗਾ ਕਿ ਮੇਰੀ ਇਹ ਆਖਰੀ ਇਲੈਕਸ਼ਨ ਹੋਵੇਗੀ, ਫਿਰ ਤੁਸੀਂ ਉਸ ਗੱਲ ਤੋਂ ਦੁਬਾਰਾ ਪਲਟਦੇ ਆ। ਤੇ ਲੋਕਾਂ ਦੇ ਵਿੱਚ ਜਿਹੜੀ ਚੇਤਨਤਾ ਆ ਰਹੀ ਆ ਉਹਦੇ ਤੋਂ ਤੁਸੀਂ ਹੁਣ ਮੂੰਹ ਮੋੜ ਕੇ ਪਹਿਲਾਂ ਵਾਂਗ ਸਨੇਹ ਲਾਤੇ ਪਿੰਡਾਂ ਦੇ ਵਿੱਚ ਤੇ ਵੋਟਾਂ ਪੈ ਜਾਣੀਆਂ।
ਬਿਆਨ ਦੇਤਾ ਤੇ ਲੋਕਾਂ ਨੇ ਕਹਿ ਦਿੱਤਾ ਕਿ ਇਦਾਂ ਹੀ ਹੋਵੇਗਾ। ਮੈਂ ਅੱਜ ਹੀ ਇੱਕ ਬਿਆਨ ਸੁਣਦਾ ਸੀਗਾ 2014 ਦਾ ਪ੍ਰਧਾਨ ਮੰਤਰੀ ਮੋਦੀ ਦਾ। ਉਹਨਾਂ ਨੇ ਕਿਹਾ ਸੀਗਾ ਕਿ ਰੇਲਵੇ ਨਾਲ ਮੇਰਾ ਬਹੁਤ ਪਿਆਰ ਆ, ਮੈਂ ਜੋ ਕੁਝ ਵੀ ਹਾਂ ਰੇਲਵੇ ਕਰਕੇ ਹੀ ਆ। ਉਹ ਸ਼ਾਇਦ ਰੇਲਵੇ ਤੇ ਚਾਹ ਵੇਚਣ ਦੀ ਗੱਲ ਕਰਦੇ ਸੀ ਜਾਂ ਕੋਈ ਆਪਣੀ ਗੱਲ ਦੱਸੀ। ਤੇ ਜਦੋਂ ਫਿਰ ਅੱਜ ਪਿਊਸ਼ ਗੋਇਲ ਬਿਆਨ ਦਿੰਦੇ ਨੇ 2 ਸਾਲ ਪਹਿਲਾਂ ਜਦੋਂ ਰੇਲਵੇ ਮੰਤਰੀ ਸੀ ਕਿ ਰੇਲਵੇ ਦੇ ਪ੍ਰਾਈਵੇਟਾਈਜੇਸ਼ਨ ਨੂੰ ਤੁਸੀਂ ਇਦਾਂ ਨਾ ਦੇਖੋ ਕਿ ਅਸੀਂ ਰੇਲਵੇ ਨੂੰ ਵੇਚ ਰਹੇ ਹਾਂ, ਟਰੈਕ ਤੇ ਬਣੇ ਹੋਏ ਆ, ਜੇ ਇੱਕ ਅੱਧੀ ਗੱਡੀ ਪ੍ਰਾਈਵੇਟ ਵੀ ਲੰਘ ਜਾਏ ਤੇ ਉਹਨੂੰ ਤੁਸੀਂ ਪ੍ਰਾਈਵੇਟਾਈਜੇਸ਼ਨ ਨਾ ਸਮਝੋ। ਸੋ ਜਿਹੜੀਆਂ ਗੱਲਾਂ ਨੇ ਤੁਸੀਂ ਹੁਣ ਲੋਕਾਂ ਨੂੰ ਹਰ ਵਾਰ ਵਰਗਲਾ ਨਹੀਂ ਸਕਦੇ, ਹਰ ਵਾਰ ਤੁਸੀਂ ਲੋਕਾਂ ਨੂੰ ਭੁੱਲ ਭੁਲੇਖਿਆਂ 'ਚ ਨਹੀਂ ਪਾ ਸਕਦੇ। ਵੋਟਾਂ ਹੁਣ ਲੋਕ ਪਾਉਂਦੇ ਜ਼ਰੂਰ ਨੇ, ਪਰ ਜਿੰਨੀ ਲੋਕ ਆਮ ਜ਼ਿੰਦਗੀ ਜਿੱਦਾਂ ਦੀ ਜੀ ਰਹੇ ਨੇ ਉੱਦਾਂ ਦੀ ਜ਼ਿੰਦਗੀ ਇਹ ਲੀਡਰ ਜਿਹੜੇ ਆ ਇਹ ਗਰਾਊਂਡ ਰੂਟ ਤੇ ਆ ਕੇ ਉਹਨਾਂ ਗੱਲਾਂ ਨੂੰ ਸਮਝਦੇ ਨਹੀਂ। ਇਹਨਾਂ ਨੂੰ ਲੱਗਦਾ ਹੈ ਕਿ ਸਾਰਾ ਕੁਝ ਜਿਹੜਾ ਆ ਉਹ ਮਹਿਲ ਦੇ ਵਿੱਚ ਬੈਠ ਕੇ ਹੀ ਹੋ ਜਾਣਾ, ਉਹ ਗੱਲਾਂ ਫਿਰ ਲੰਬੀ ਦੂਰ ਤੱਕ ਨਹੀਂ ਚੱਲਣੀਆਂ। ਇਸ ਗੱਲ ਨੂੰ ਜਿੰਨੀ ਜਲਦੀ ਸਮਝ ਲੈਣ ਉਨਾ ਚੰਗਾ। ਤੇ ਉਮਰ ਦੇ ਹਿਸਾਬ ਨਾਲ ਸਿਆਸਤ ਛੱਡ ਦੇਣੀ ਚਾਹੀਦੀ ਹੈ। ਕਿੱਡਾ ਔਖਾ ਕੰਮ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਅਗਲੀ ਪੀੜ੍ਹੀ ਵੀ ਮੁੱਖ ਮੰਤਰੀ ਬਣੇ। ਮੋਦੀ ਸਾਹਿਬ ਦੀ ਅੱਜ ਗੱਲ ਨਾ ਹੀ ਛੇੜੀਏ, ਕਿਉਂਕਿ 2014 ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੈਨੂੰ ਪ੍ਰਧਾਨ ਮੰਤਰੀ ਬਣਾਓ, ਵਿਕਾਸ ਦਾ ਤੇ ਮੈਂ ਹੜ ਲਿਆ ਦੂੰਗਾ। ਬਿਲਕੁਲ ਹੜ ਹੈ ਪਿਆ ਜੀ ਵਿਕਾਸ ਦਾ। ਕਿਸਾਨਾਂ ਦੇ ਆਮਦਨ ਦੁੱਗਣੀ ਹੋ ਜਾਵੇਗੀ 2022 ਤੱਕ, ਸਾਲ ਆਉਣ ਵਾਲਾ ਜੀ ਹੋ ਜਾਣੀ ਹੈ। ਹੋ ਜਾਣੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਪੰਜਾਬ ਦੀ ਰਾਜਨੀਤੀ ਦੀ ਕੀਤੀ, ਕਿਸਾਨ ਅੰਦੋਲਨ ਦੀ ਵੀ ਕੀਤੀ, ਤੇ ਇੱਕ ਜੁੜੀ ਹੋਈ ਖਬਰ ਹੋਰ ਵੀ ਆ। ਕਿਸਾਨ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਰਕਾਰਾਂ ਦੇ ਕੰਨ ਖਿੱਚੇ ਨੇ। ਕੀ ਕਹਿੰਦੀ ਅਦਾਲਤ ਹੁਣ? ਅਸਲ 'ਚ ਅਦਾਲਤਾਂ ਵਿੱਚ ਪਟੀਸ਼ਨਾਂ ਪਈਆਂ ਹੁੰਦੀਆਂ ਨੇ ਕਿਸੇ ਸਮੇਂ ਤੇ। ਇਹ ਪੰਜਾਬ ਵਿੱਚ ਵੀ ਇੱਕ ਵਿਅਕਤੀ ਨੇ ਕੇਸ ਜਿੱਤਿਆ ਹੋਇਆ ਅਦਾਲਤ ਵਿੱਚ ਕਿ ਇਸ ਤਰ੍ਹਾਂ ਕਿਸਾਨ ਜਾਂ ਕੋਈ ਹੋਰ ਆਪਣੀ ਮੰਗ ਮਨਾਉਣ ਲਈ ਸੜਕ ਤੇ ਜਾਮ ਨਹੀਂ ਲਾ ਸਕਦਾ। ਇਹ ਗੱਲ ਚੱਲ ਚੁੱਕੀ ਹੈ ਜੀ। ਇੱਕ ਵਿਅਕਤੀ, ਮੈਨੂੰ ਉਹਨਾਂ ਦਾ ਨਾਮ ਨਹੀਂ ਇਸ ਵੇਲੇ ਯਾਦ ਆ ਰਿਹਾ, ਉਹਨਾਂ ਨੇ ਇਹ ਬਕਾਇਦਾ ਐਕਸਪਲੇਨ ਕੀਤਾ ਸੀ ਕਿ ਕਿਵੇਂ ਕਿਸੇ ਨੂੰ ਔਕੜ ਆਉਂਦੀ ਹੈ ਤੇ ਕਿਸੇ ਦੀ ਮੌਤ ਹੋ ਜਾਂਦੀ ਜਾਂ ਰਾਹ ਵਿੱਚ ਜਾਂ ਕੋਈ ਐਮਰਜੈਂਸੀ ਹੁੰਦੀ ਹੈ ਤੇ ਫਿਰ ਨੁਕਸਾਨ ਹੋ ਜਾਂਦਾ ਜੀ। ਕਿ ਉਹਨਾਂ ਨੇ ਇਹ ਗੱਲ ਕਰ ਰਹੇ ਸੀ ਕਿ ਦੇਖੋ ਇਹ ਲੋਕਤੰਤਰ ਹੈ ਤੇ ਇੱਥੇ ਆਪਣੇ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵੇ ਤੇ ਆਜ਼ਾਦੀ ਹੈ, ਪਰ ਤੁਸੀਂ ਇਸ ਤਰ੍ਹਾਂ ਸੜਕਾਂ ਨਾ ਰੋਕੋ। ਧਰਨੇ ਪ੍ਰਦਰਸ਼ਨ ਕਰਨ ਲਈ ਥਾਂ ਬਣੇ ਹੋਏ ਨੇ, ਪਰ ਇਹ ਕੰਮ ਬਣਦਾ ਇਸ ਤਰ੍ਹਾਂ ਨਹੀਂ ਇੱਥੇ। ਫਿਰ ਹੁਣ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਆਸ-ਪਾਸ ਬਾਰਡਰਾਂ ਤੇ, ਖਾਸ ਤੌਰ ਤੇ ਇਹ ਜਿਹੜਾ ਗਾਜ਼ੀਪੁਰ ਬਾਰਡਰ ਜਾਂ ਨੋਇਡਾ ਵਾਲੇ ਪਾਸਿਓਂ, ਯੂਪੀ ਵਾਲੇ ਪਾਸਿਓਂ ਜਿਹੜੇ ਬਾਰਡਰ ਬਲੌਕ ਹੋਏ ਨੇ, ਉੱਥੇ ਪਟੀਸ਼ਨ ਪਈ ਹੋਈ ਹੈ। ਅਦਾਲਤ ਨੇ ਉਸ ਤੇ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਸਵਾਲ ਕੀਤਾ, ਸਰਕਾਰ ਦੇ ਵਕੀਲ ਨੂੰ, ਕਿ ਜਨਾਬ ਇਹ ਕੀ ਹੋ ਰਿਹਾ? ਇਹ ਸੜਕਾਂ ਤੇ ਇਸ ਕੰਮ ਲਈ ਥੋੜ੍ਹਾ ਤੁਸੀਂ ਹੱਲ ਕਿਉਂ ਨਹੀਂ ਕੱਢਦੇ? ਕਿਸਾਨਾਂ ਨੂੰ ਕਿਉਂ ਨਹੀਂ ਦੱਸਦੇ? ਤੁਸੀਂ ਕਿਸਾਨਾਂ ਨੂੰ ਦੱਸੋ ਤੇ ਉਹ ਇਸ ਜਗ੍ਹਾ ਤੇ ਧਰਨਾ ਨਾ ਲਾਉਣ, ਤੇ ਜਿੱਥੇ ਪ੍ਰਦਰਸ਼ਨ ਕਰਨ ਲਈ ਜਗ੍ਹਾ ਬਣੀ ਹੋਈ ਆ ਉੱਥੇ ਆਪਣਾ ਧਰਨਾ ਲਾ ਲੈਣ। ਤੇ ਉਹਨਾਂ ਨੇ, ਸਰਕਾਰੀ ਵਕੀਲ ਨੇ ਅੱਗੋਂ ਜਵਾਬ ਦਿੱਤਾ ਕਿ ਜਨਾਬ ਅਸੀਂ ਇਸ ਤਰ੍ਹਾਂ ਕਰਦੇ ਹਾਂ, ਅਗਲੀ ਸੁਣਵਾਈ ਦੇ ਵਿੱਚ ਕਿਸਾਨਾਂ ਨੂੰ ਇੱਥੇ ਲੈ ਆਉਂਦੇ ਹਾਂ, ਇੱਕ ਧਿਰ ਨੂੰ ਲੈ ਆਉਂਦੇ ਇੱਥੇ, ਤੇ ਉਹਨਾਂ ਨੂੰ ਗੱਲ ਸਾਰੀ ਜਿਹੜੀ ਹੈ ਕਾਨੂੰਨ ਦੇ ਜ਼ਰੀਏ ਉਹਨਾਂ ਨੂੰ ਹੁਕਮ ਤੁਸੀਂ ਅਦਾਲਤ ਜਿਹੜਾ ਵੀ ਦੇਵੇਗੀ ਉਹਨਾਂ ਨੂੰ ਮੰਨਣਾ ਪਏਗਾ। ਅਦਾਲਤ ਨੇ ਕਿਹਾ ਅਸੀਂ ਕੋਈ ਕੰਸਲਟੇਸ਼ਨ ਰੂਮ ਤੇ ਨਹੀਂ ਖੋਲ੍ਹਿਆ ਹੋਇਆ ਤੇ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਚੱਲ ਰਿਹਾ। ਇੱਕ ਜਥੇਬੰਦੀਆਂ ਵੀ ਕੱਲ੍ਹ ਨੂੰ ਕਹੋਗੇ ਅਸੀਂ ਵੀ ਉੱਥੇ ਬੈਠੇ ਹਾਂ, ਧਿਰ ਸਾਨੂੰ ਵੀ ਸਮਝਾਓ, 2-3 ਤਾਂ ਅਸੀਂ ਕਿੰਨਿਆਂ ਨੂੰ ਸਮਝਾਉਣਾ? ਕੰਮ ਸਰਕਾਰਾਂ ਦਾ। ਸੋ ਸਰਕਾਰ ਨੂੰ ਉਹਨਾਂ ਨੇ ਸਵਾਲ ਪਾਇਆ ਕਿ ਤੁਸੀਂ ਇਸ ਮਸਲੇ ਦਾ ਕਿਸੇ ਤਰੀਕੇ ਹੱਲ ਕੱਢੋ। ਹੁਣ ਕੀ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਪਹਿਲਾਂ ਵੀ ਆ ਚੁੱਕੇ ਨੇ ਉਹ ਇਰਰੈਲੇਵੈਂਟ ਜਿਹੇ ਜਾਪ ਰਹੇ ਨੇ? ਮਾਨਯੋਗ ਅਦਾਲਤ ਦਾ ਹੁਕਮ ਜਿਹੜਾ ਹੈ ਸਿਰ ਮੱਥੇ ਹੁੰਦਾ ਹੈ ਹਰ ਇੱਕ ਨੂੰ, ਪਰ ਜੇ ਕੋਈ ਔਨ ਗਰਾਊਂਡ ਰਿਐਲਿਟੀ ਦੇ ਨਾਲ ਉਹ ਮੇਲ ਨਾ ਖਾਂਦਾ ਹੋਵੇ ਤੇ ਸਰਕਾਰਾਂ ਇੱਦਾਂ ਦੇ ਕਈ ਹੁਕਮਾਂ ਦੀ ਅਦੂਲੀ ਪਹਿਲਾਂ ਹੀ ਕਰ ਚੁੱਕੀਆਂ ਹੋਣ ਜਾਂ ਲੋਕ ਵੀ ਕਰ ਚੁੱਕੇ ਹੋਣ, ਫਿਰ ਕੋਈ ਅਰਥ ਬਹੁਤਾ ਰਹਿ ਨਹੀਂ ਜਾਂਦਾ। ਸੋ ਅਦਾਲਤ ਨੇ ਕਹਿ ਦਿੱਤਾ ਹੈ, ਸੁਰਖੀਆਂ ਬਣੀ ਹੈ ਖਬਰ, ਪਰ ਇਹਨੂੰ ਅਜੇ ਕੋਈ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਕਿ ਸਰਕਾਰ ਕੋਈ ਵੱਡੀ ਕਾਰਵਾਈ ਕਰਕੇ ਜਿਹੜਾ ਇਸ ਨੂੰ ਹਟਾਉਣ ਦਾ ਯਤਨ ਕਰੇਗੀ। ਹੁਣ ਸੁਪਰੀਮ ਕੋਰਟ ਦੀ ਜੇ ਅਸੀਂ ਗੱਲ ਕਰੀਏ, ਸੁਪਰੀਮ ਕੋਰਟ ਵੀ 2 ਵੱਖਰੇ ਪੱਖ ਨਹੀਂ ਲੈ ਸਕਦੀ। ਇੱਕ ਪਾਸੇ ਤਾਂ ਸੁਪਰੀਮ ਕੋਰਟ ਨੇ ਪਿਛਲੇ ਸਾਲ ਇਹ ਕਿਹਾ ਸੀ ਕਿ ਅਸੀਂ ਇੱਕ ਕਮੇਟੀ ਬਣਾਉਂਦੇ ਹਾਂ, ਕਮੇਟੀ ਦੇ ਮੈਂਬਰ ਉਹਨਾਂ ਨੇ ਗਿਣਾ ਦਿੱਤੇ ਸੀ ਕਿ ਇਹ ਕਿਸਾਨਾਂ ਨਾਲ ਗੱਲਬਾਤ ਕਰੇ ਤੇ ਫਿਰ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਕਿਸਾਨਾਂ ਨੇ ਕਿਹਾ ਕਿ ਅਸੀਂ ਇਸ ਕਮੇਟੀ ਨਾਲ ਗੱਲ ਨਹੀਂ ਕਰਨੀ, ਉਹ ਨਹੀਂ ਹੋ ਸਕੀ। ਉਸ ਕਮੇਟੀ ਦੇ ਮੈਂਬਰ ਵੀ ਵਿੱਚੋਂ ਛੱਡ ਗਏ ਸੀ। ਹੁਣ ਸੁਪਰੀਮ ਕੋਰਟ ਇੱਕ ਪਾਸੇ ਤਾਂ ਧਿਰ ਬਣ ਕੇ ਕਿਸਾਨਾਂ ਨਾਲ ਗੱਲਬਾਤ ਦਾ ਰਸਤਾ ਖੋਲ੍ਹ ਰਹੇ ਤੇ ਦੂਸਰੇ ਪਾਸੇ ਕੋਈ ਹੁਕਮ ਆ ਜਾਵੇ ਕਿ ਇਹਨਾਂ ਨੂੰ ਰਸਤੇ 'ਚੋਂ ਹਟਾ ਦਿਓ ਜਾਂ ਸਰਕਾਰ ਹਟਾਉਣ ਦਾ ਯਤਨ ਕਰੇ, ਕੋਰਟ ਦੇ ਹੁਕਮਾਂ ਨੂੰ ਲੈ ਕੇ ਇਸ ਤਰ੍ਹਾਂ ਹੁੰਦਾ ਜਾਪਦਾ ਨਹੀਂ।
ਸ਼ਰਮਾ ਜੀ, ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਸੁਣਿਆ ਵੀ ਸੇਵਾ ਮੁਕਤ ਪਟਵਾਰੀ ਵਾਪਸ ਬੁਲਾ ਲਏ ਆ। ਨਵੇਂ ਪਟਵਾਰੀ ਕੰਮ ਨਹੀਂ ਕਰਦੇ? ਨਵੇਂ ਪਟਵਾਰੀ ਕੰਮ ਨਹੀਂ ਕਰਦੇ ਨਹੀਂ ਜੀ। ਨਵੇਂ ਪਟਵਾਰੀਆਂ ਦੀ ਭਰਤੀ ਰੱਖੀ ਹੋਈ ਸੀ, ਬੀਤੇ ਦਿਨੀ ਟੈਸਟ ਹੋ ਕੇ ਹਟਿਆ। ਕੋ 11-1200 ਦੇ ਕਰੀਬ ਭਰਤੀ ਕਰਨੀ ਸੀ ਤੇ ਬੰਦੇ ਟੈਸਟ ਦੇਣ ਲਈ ਜਿਨ੍ਹਾਂ ਨੇ ਫਾਈਲਾਂ ਭਰੀਆਂ ਉਹ 2.25 ਲੱਖ ਤੋਂ ਵੀ ਜ਼ਿਆਦਾ ਟੱਪ ਗਏ ਸੀ ਤੇ ਜਿਹੜੇ ਪੇਪਰ ਦੇਣ ਆਏ ਉਹਨਾਂ ਦੀ ਗਿਣਤੀ ਵੀ 1,75,000 ਤੋਂ ਵੱਧ ਸੀ। 1100 ਪੋਸਟ ਆ ਤੇ 1.25 ਲੱਖ ਬੰਦਾ ਉਸ ਟੈਸਟ ਨੂੰ ਦੇਣ ਲਈ ਆਇਆ ਕਿ ਅਸੀਂ ਨੌਕਰੀ ਲੈਣੀ ਆ। ਉਹਦੇ 'ਚ ਵੀ ਲੱਖ ਤੋਂ ਵੱਧ ਲੇਡੀਜ਼ ਕੰਟੈਸਟੈਂਟ ਸੀਗੇ। ਉਹਦੇ 'ਚ ਕੈਂਡੀਡੇਟ ਜਿਹੜੇ ਆ, ਔਰਤਾਂ ਕੁੜੀਆਂ ਦੀ ਗਿਣਤੀ ਜਿਹੜੀ ਉਹਦੇ 'ਚ ਜ਼ਿਆਦਾ ਸੀ। ਪਰ ਉਹਦੇ ਨਾਲ ਹੀ ਕੁਝ ਦਿਨਾਂ ਬਾਅਦ ਹੀ, ਜਦ ਕਿ ਉਸ ਟੈਸਟ ਦਾ ਰਿਜ਼ਲਟ ਜਿਹੜਾ ਆ ਇਸੇ ਮਹੀਨੇ ਆਉਣ ਦੀ ਆਸ ਆ ਕਿ ਉਹ ਬੰਦੇ ਜਿਹੜੇ ਆ ਭਰਤੀ ਹੋ ਜਾਣੇ ਆ। 2.25 ਲੱਖ ਦੇ ਵਿੱਚੋਂ 1100 ਨਵਾਂ ਪਟਵਾਰੀ ਭਰਤੀ, 1170-75 ਜੋ ਵੀ ਉਹਦੀ ਗਿਣਤੀ ਆ ਉਹ ਰੱਖੇ ਜਾਣੇ ਨੇ ਜੀ। ਨਾਲ ਦੀ ਨਾਲ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਸ ਨੂੰ ਹੁਕਮ ਦੇ ਦਿੱਤਾ ਕਿ 1700 ਭਰਤੀ ਜਿਹੜੀ ਆ ਹੋਰ ਚਾਹੀਦੀ ਆ ਪਟਵਾਰੀਆਂ ਦੀ, ਤੇ ਉਹਦੇ ਲਈ ਕੋਈ ਉਹ ਪੁਰਾਣੇ ਜਿਹੜੇ ਆ ਨਵੇਂ ਭਰਤੀ ਨਹੀਂ ਕਰਨੇ, ਜਿਹੜੇ ਰਿਟਾਇਰਡ ਹੋਏ ਨੇ ਉਹਨਾਂ ਨੂੰ ਹੀ ਸੇਵਾ ਤੇ ਦੁਬਾਰਾ ਬੁਲਾ ਲਿਆ ਜਾਵੇ ਜੀ। ਤੇ ਜਿਨ ਉਹਨਾਂ ਨੂੰ 25,000 ਇੱਕ ਮੁਸ਼ਤ ਤਨਖਾਹ ਦੇਣੀ ਆ ਤੇ ਨਾਲ ਸ਼ਰਤ ਇਹ ਰੱਖੀ ਆ ਕਿ ਉਹ 64 ਸਾਲ ਤੋਂ ਵੱਧ ਉਹਨਾਂ ਦੀ ਉਮਰ ਨਾ ਹੋਵੇ ਤੇ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਕੇਸ ਨਾ ਚੱਲਦਾ ਹੋਵੇ। ਦੇਖੋ ਕੈਸੀ ਤਮਾਸ਼ਾ ਬਣਾਇਆ ਹੋਇਆ ਇਹਨਾਂ ਸਰਕਾਰਾਂ ਨੇ। ਵਾਅਦਾ ਕੀਤਾ ਸੀ ਘਰ ਘਰ ਰੁਜ਼ਗਾਰ ਦਾ ਤੇ ਜਿਹੜੇ ਰਿਟਾਇਰ ਹੋ ਗਏ ਨੇ, ਪੈਨਸ਼ਨ ਲੈ ਰਹੇ ਨੇ, ਉਹਨਾਂ ਨੂੰ ਹੀ ਦੁਬਾਰਾ ਬੁਲਾ ਰਹੇ ਨੇ। ਵਜ੍ਹਾ ਕੀ ਹੈ ਉਸ ਗੱਲ ਦੀ ਕਿ ਅਸੀਂ ਰੁਜ਼ਗਾਰ ਦੇਵਾਂਗੇ ਤੇ ਉਹਨਾਂ ਨੂੰ ਵੱਧ ਪੈਸੇ ਦੇਣੇ ਪੈਣਗੇ ਤੇ ਹੁਣ ਇਹ 25,000 ਨਾਲ ਹੀ ਸਰ ਜਾਣਾ ਤੇ ਨਾਲੇ ਇਹਨਾਂ ਨੂੰ ਕੋਈ ਟ੍ਰੇਨਿੰਗ ਵੀ ਨਹੀਂ ਦੇਣੀ ਪੈਣੀ। ਦੇਖੋ ਤੁਸੀਂ ਇਸ ਗੱਲ ਨੂੰ ਸੋਚੋ, ਜੇ ਤੁਸੀਂ ਕਮਰੇ 'ਚ ਬੈਠੇ ਆ ਆਪਣੇ ਮਿਨਿਸਟਰੀ ਦੇ ਆਫਿਸ 'ਚ ਬੈਠ ਕੇ ਸੋਚਦੇ ਆ ਵੀ ਤੁਹਾਡੇ ਕੋਲ 1100 ਤੁਸੀਂ 1200 ਪੋਸਟ ਕੱਢੀ ਆ ਤੇ 2.25 ਲੱਖ ਬੰਦਾ ਆਇਆ। ਬੇਰੁਜ਼ਗਾਰੀ ਦੇ ਹਾਲਾਤ ਤਾਂ ਦੇਖੋ ਸਟੇਟ ਦੇ। ਤੁਸੀਂ ਉੱਥੇ 1100 ਜੋ ਭਰਤੀ ਕੱਢੀ ਆ, 3000 ਭਰਤੀ ਕੱਢ ਲਓ ਜਾਂ ਤੁਹਾਨੂੰ ਜਿੰਨੀ ਲੋੜ ਆ ਉਨੀ ਭਰਤੀ ਪੂਰੀ ਕਰੋ, ਨਫਰੀ ਪੂਰੀ ਕਰੋ। ਮਾਲ ਮਹਿਕਮੇ ਦੇ ਵਿੱਚ ਕਿਹੜਾ ਕੋਈ ਕਮੀ ਆ ਫੰਡਸ ਦੀ? ਸਿੱਖਿਆ ਦੇ ਵਿੱਚ ਤਾਂ ਮੰਨਿਆ ਕਿ ਤੁਹਾਨੂੰ ਪੜ੍ਹਾਉਣਾ ਪੈਂਦਾ ਤੇ ਤੁਸੀਂ ਫੀਸਾਂ ਨਹੀਂ ਲੈ ਰਹੇ, ਜਾਂ ਹੈਲਥ ਵਿੱਚ ਤਾਂ ਤੁਸੀਂ ਮੰਨਿਆ ਕਿ ਹਸਪਤਾਲ ਤੁਸੀਂ ਫ੍ਰੀ ਚਲਾ ਰਹੇ ਹੋ ਜਾਂ ਘੱਟ ਸਹੂਲਤਾਂ ਦੇ ਰਹੇ ਹੋ। ਮਾਲ ਮਹਿਕਮੇ 'ਚ ਤਾਂ ਜਿਹੜਾ ਵੀ ਬੰਦਾ ਆਪਣਾ ਕੰਮ ਕਰਾਉਣ ਆਉਂਦਾ ਉਹ ਬਕਾਇਦਾ ਫੀਸ ਪੇ ਕਰਦਾ। ਜੇ ਉਹ ਕਿਸੇ ਜ਼ਮੀਨ ਦੀ ਰਜਿਸਟਰੀ ਕਰਦਾ ਆ ਤੇ ਉਹਦੀ ਪੂਰੀ ਫੀਸ ਦਿੰਦਾ। ਤੇ ਇੰਨੇ ਕੁ ਸਾਧਨ ਉਹਨਾਂ ਕੋਲ ਹੈਗੇ ਆ, ਇੰਨੇ ਕੁ ਮਾਲੀਆ ਇਕੱਠਾ ਹੁੰਦਾ ਸਰਕਾਰ ਨੂੰ ਕਿ ਉਹ ਇੰਨੀ ਆਪਣੀ ਨਫਰੀ ਤਾਂ ਪੂਰੀ ਕਰ ਲਵੇ। ਜੇ ਇਨਕਮ ਟੈਕਸ ਵਰਗੇ ਡਿਪਾਰਟਮੈਂਟਾਂ ਦੇ ਵਿੱਚ ਵੀ ਭਰਤੀਆਂ ਖਾਲੀ ਨੇ। ਜਦੋਂ ਇਹਨਾਂ ਨੇ GST ਲਾਗੂ ਕੀਤੀ ਆ ਉਦੋਂ ਇੱਕ ਇਨਕਮ ਟੈਕਸ ਕਮਿਸ਼ਨਰ ਨਾਲ ਗੱਲ ਹੋਈ, ਉਹਨੂੰ ਪੁੱਛਿਆ ਵੀ ਕਿਵੇਂ ਚੱਲੂਗਾ GST? ਉਹ ਕਹਿੰਦਾ ਜੀ ਬਹਿ ਜਾਓ ਮੇਰੇ ਕੋਲ, ਘੰਟਾ ਕੁ ਤੁਹਾਨੂੰ ਹਾਲਾਤ ਦਿਖਾ ਦਿੰਦੇ ਆ। ਉਹਨੇ ਦੱਸਿਆ ਵੀ ਲੱਖ ਤੋਂ ਵੀ ਉੱਪਰ ਮੁਲਾਜ਼ਮ ਨਵੇਂ ਚਾਹੀਦੇ ਨੇ। ਤੇ ਫਿਰ ਉਹਨੇ ਜਿਹੜੀ ਅਗਲੀ ਗੱਲ ਦੱਸੀ, ਉਹ ਕਹਿੰਦਾ ਦੇਖੋ ਮੇਰੇ ਛੋਟੇ ਜਿਹੇ ਕਮਰੇ 'ਚ 2 ਅਫਸਰ ਅਸੀਂ ਬੈਠਦੇ ਹਾਂ, ਜੇ ਲੱਖ ਬੰਦਾ ਭਰਤੀ ਵੀ ਕਰ ਲਈਏ ਤੇ 33-35,000 ਕਮਰਾ ਵੀ ਨਾਲ ਚਾਹੀਦਾ, ਇਨਫਰਾਸਟ੍ਰਕਚਰ ਵੀ ਚਾਹੀਦਾ। ਇਹ ਇਨਕਮ ਟੈਕਸ ਡਿਪਾਰਟਮੈਂਟ ਦੇ ਆਲ ਇੰਡੀਆ ਹਾਲਾਤ ਨੇ। ਸੋ ਇਹਨਾਂ ਸਰਕਾਰਾਂ ਨੂੰ ਕਿੰਨਾ ਕੁ ਨਿੰਦਿਆ ਜਾਵੇ ਤੇ ਕਿੰਨਾ ਕੁ ਇਹਨਾਂ ਨੂੰ ਕਿਹਾ ਜਾਵੇ। ਇਹਨਾਂ ਨੇ ਇੱਕ ਪਟਵਾਰੀਆਂ ਦੀ ਭਰਤੀ 1100-1200 ਦੀ ਕਰ ਲਈ ਆ ਤੇ 1700 ਦੇ ਕਰੀਬ ਪਟਵਾਰੀ ਜਿਹੜੇ ਆ ਉਹ ਨਵੇਂ ਭਰਤੀ ਕਰਨ ਦੀ ਬਜਾਏ ਇਹਨਾਂ ਨੇ ਜਿਹੜੇ ਰਿਟਾਇਰਡ ਨੇ ਉਹ ਮੰਗ ਲਏ ਨੇ। ਉਹ ਸਿਰਫ ਵਕਤ ਟਪਾਉਣ ਦੀ ਗੱਲ ਹੈ। 58 ਸਾਲ ਦੀ ਉਮਰ 'ਚ ਬੰਦਾ ਰਿਟਾਇਰ ਹੁੰਦਾ ਤੇ 64 ਸਾਲ ਤੋਂ ਇਹਨਾਂ ਨੇ ਵੱਡੇ ਲੈਣੇ ਨਹੀਂ। ਕੁੱਲ ਮਿਲਾ ਕੇ ਕਿੰਨਾ ਸਮਾਂ ਲੰਘੇਗਾ ਉਸ ਭਰਤੀ ਨਾਲ? 3-4 ਸਾਲ। ਉਹਨਾਂ 3-4 ਸਾਲਾਂ ਦੇ ਵਿੱਚ ਜਿਹੜੇ ਨਵੇਂ ਨੌਜਵਾਨ ਜਿਹੜੇ ਆਪਣੀ ਨੌਕਰੀ ਦੀ ਉਮੀਦ 'ਚ ਨੇ ਉਹਨਾਂ ਕਈਆਂ ਦੀ ਉਮਰ ਲੰਘ ਜਾਣੀ ਹੈ ਤੇ ਕਿੰਨੇ ਘਰਾਂ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਉਣਾ ਆ। ਸੋ ਇਹਨਾਂ ਦੀ ਜਿਹੜੀ ਸੋਚ ਆ ਉਹ ਸਿਰਫ ਔਰ ਸਿਰਫ ਵਕਤ ਟਪਾ ਕੇ ਗੇਂਦ ਨੂੰ ਅਗਲੇ ਪਾਲੇ 'ਚ ਸਿੱਟਣ ਦੀ। ਅਗਲੀ ਸਰਕਾਰ ਆਊਗੀ ਤੇ ਉਹ ਦੇਖੋ। ਬਿਲਕੁਲ ਕੁਲਦੀਪ ਜੀ, ਜੇ ਗੱਲ ਡੇਰਾ ਸੱਚਾ ਸੌਦਾ ਸਾਧ ਦੀ ਕਰ ਲਈਏ ਰਾਮ ਰਹੀਮ ਦੀ, ਤੇ ਉਹਨਾਂ ਦੀ ਰਣਜੀਤ ਸਿੰਘ ਹੱਤਿਆਕਾਂਡ ਕੇਸ 'ਚ ਅੱਜ ਸੁਣਵਾਈ ਹੋਣੀ ਸੀ। ਪੰਚਕੂਲਾ ਦੀ ਅਦਾਲਤ ਨੇ 24 ਅਗਸਤ ਤੱਕ ਫੈਸਲਾ ਰਾਖਵਾਂ ਰੱਖਤਾ ਸੀ ਤੇ ਅੱਜ ਉਹ ਕੇਸ ਦਾ ਬਣਿਆ ਕੀ? ਤੇ ਖਬਰ ਇਹ ਵੀ ਹੈ ਕਿ ਇੱਕ ਅਫਸਰ ਨੂੰ ਲਾਂਭੇ ਕਰਤਾ ਕੇਸ ਤੋਂ। ਅੱਜ ਉਸ ਦੇ ਕੇਸ ਦੇ ਬਾਰੇ ਕੀ ਬਣਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਜੇ ਤੱਕ ਮੈਨੂੰ ਜੀ। ਪਰ ਜਿਹੜਾ ਪਿਛਲੀ ਇੱਕ ਗੱਲ ਤੇ ਨਿਕਲ ਕੇ ਜਿਹੜੀ ਗੱਲਬਾਤ ਆ ਰਹੀ ਹੈ ਮੈਂ ਉਹਦੀ ਜ਼ਰੂਰ ਕਰਨੀ ਚਾਹੁੰਦਾ ਜੀ। ਉਹ ਇਹ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਉਸ ਨੂੰ 1 ਦਿਨ ਦੀ ਜ਼ਮਾਨਤ ਮਿਲਦੀ ਹੈ, ਪੈਰੋਲ ਮਿਲਦੀ ਹੈ ਤੇ ਉਸ ਨੂੰ ਆਖਿਆ ਜਾਂਦਾ ਕਿ ਆਪਣੀ ਬਿਮਾਰ ਮਾਂ ਨੂੰ ਇਸਨੇ ਮਿਲਣ ਜਾਣਾ ਹੈ ਤੇ ਉਸ ਨੂੰ ਬੜੇ ਲਾਮ ਲਸ਼ਕਰ ਦੇ ਨਾਲ ਬੜੇ ਜੋ ਉਹਨੂੰ ਸ਼ਾਨੋ ਸ਼ੌਕਤ ਦੇ ਨਾਲ ਲਿਜਾਇਆ ਜਾਂਦਾ ਹੈ ਤੇ ਏਮਸ ਹਸਪਤਾਲ ਵਿੱਚ ਉਹ ਜਾਂਦਾ ਹੈ। ਆਪਣਾ ਵੀ ਚੈੱਕਅਪ ਉਸ ਦਾ ਹੁੰਦਾ ਹੈ। ਪਹਿਲਾਂ ਤਾਂ ਇਸ ਗੱਲ ਤੇ ਰੌਲਾ ਪਿਆ ਵੀ ਇੰਨੀ ਵਾਰ ਇਸ ਨੂੰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਸੌਦਾ ਸਾਧ ਨੂੰ। ਰੇਪ ਕੇਸ ਦੇ ਵੀ ਸਜ਼ਾ ਕੱਟ ਰਿਹਾ, ਰਾਮਚੰਦਰ ਛਤਰਪਤੀ ਪੱਤਰਕਾਰ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ, ਰਣਜੀਤ ਸਿੰਘ ਹੱਤਿਆਕਾਂਡ ਦੇ ਵਿੱਚ ਨਾਮਜ਼ਦ ਹੈ। ਹੁਣ ਇੰਨਾ ਖਤਰਨਾਕ ਅਪਰਾਧੀ ਜਿਸ ਨੂੰ ਗ੍ਰਿਫਤਾਰ ਕਰਨ ਵਾਸਤੇ ਇੰਨਾ ਵੱਡਾ ਖੂਨ ਖਰਾਬਾ ਹੋਇਆ ਹੋਵੇ, ਜਿਸ ਨੂੰ ਦੋਸ਼ੀ ਜਿੱਦਣ ਅਦਾਲਤ ਨੇ ਠਹਿਰਾਇਆ ਇੰਨਾ ਵੱਡਾ ਖੂਨ ਖਰਾਬਾ ਹੋਇਆ ਤੇ ਉਸ ਦਿਨ ਵੀ ਰੌਲਾ ਪਿਆ ਸੀ ਕਿ ਇਸ ਨੂੰ ਖਾਸ ਟ੍ਰੀਟਮੈਂਟ ਕਿਉਂ ਦਿੱਤਾ ਗਿਆ। ਹੈਲੀਕਾਪਟਰ ਵਿੱਚ ਇੱਕ ਅਟੈਚੀ ਉਸ ਦਾ ਪੁਲਿਸ ਵਾਲਾ ਚੁੱਕੀ ਫਿਰਦਾ ਸੀ ਤੇ ਜਿਹੜੀ ਉਹ ਬੀਬੀ ਉਸ ਦੀ ਮੂੰਹ ਬੋਲੀ ਧੀ ਹੈ ਹਨੀਪ੍ਰੀਤ ਉਸ ਦੇ ਨਾਲ ਬੈਠੀ ਹੋਈ ਸੀ। ਜੇਲ੍ਹ ਵਿੱਚ ਉਸ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਇਸ ਬਾਰੇ ਕੋਈ ਖਬਰ ਤਾਂ ਨਹੀਂ, ਪਰ ਇੱਕ ਖਬਰ ਨਿਕਲ ਕੇ ਆਈ ਹੈ
ਕਿ ਜਦੋਂ ਜੁਲਾਈ ਮਹੀਨੇ ਵਿੱਚ ਉਸ ਨੂੰ ਆਪਣੇ ਮਾਂ ਨੂੰ ਮਿਲਣ ਵਾਸਤੇ ਪੈਰੋਲ ਦਾ ਜਿਹੜਾ 1 ਦਿਨ ਦਾ ਸਮਾਂ ਦਿੱਤਾ ਗਿਆ, ਜੀ ਉਸ ਵੇਲੇ ਰਸਤੇ ਦੇ ਵਿੱਚ ਦਿੱਲੀ ਨੂੰ ਜਾਂਦਿਆਂ ਕਾਫਲਾ ਰੋਕ ਕੇ ਉੱਥੇ 4 ਬੰਦਿਆਂ ਨਾਲ ਉਸ ਦੀ ਮੁਲਾਕਾਤ ਕਰਵਾਈ ਗਈ, ਜਿਹੜੀ ਕਿ ਉਸ ਪੈਰੋਲ ਦੀਆਂ ਨਿਯਮਾਂ ਦਾ ਪੱਕਾ ਉਲੰਘਣ ਸੀ। ਤੇ ਉਸ ਦੇ ਆਪਣਾ ਅਸਰ ਰਸੂਖ ਵਰਤਦੇ ਹੋਏ ਕਿਸੇ ਅਫਸਰ ਨੇ, ਜੀ ਡੀਐਸਪੀ ਉਹ ਹੈ ਸ਼ਮਸ਼ੇਰ ਸਿੰਘ ਉਸ ਦਾ ਨਾਮ ਹੈ, ਉਸ ਤੇ ਇਲਜ਼ਾਮ ਹੈ ਕਿ ਉਸਨੇ ਸਾਰਾ ਆਪਣਾ ਅਸਰ ਰਸੂਖ ਵਰਤ ਕੇ ਉਸ ਦੀ ਖਾਸ ਤੌਰ ਤੇ ਰਾਸਤੇ ਵਿੱਚ ਕਾਫਲਾ ਰੋਕ ਕੇ ਮੁਲਾਕਾਤ ਕਰਵਾਈ ਹੈ। ਜੀ ਇੰਨਾ ਵੀਆਈਪੀ ਟ੍ਰੀਟਮੈਂਟ ਉਸ ਨੂੰ ਦਿੱਤਾ ਜਾਂਦਾ ਹੈ। ਤੇ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਨਿਕਲ ਕੇ ਆਉਂਦੀਆਂ ਰਹਿੰਦੀਆਂ ਨੇ, ਪਰ ਜੇਲ੍ਹ ਵਿੱਚ ਵੀ ਉਸ ਨੂੰ ਵੀਆਈਪੀ ਟ੍ਰੀਟਮੈਂਟ ਮਿਲਣ ਦੀਆਂ ਖਬਰਾਂ ਹਨ। ਜੀ ਪਰ ਹੁਣ ਉਸ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਕਿ ਭਾਈ ਤੁਸੀਂ ਛੁੱਟੀ ਕਰੋ। ਜੀ ਔਰ ਉਸ ਤੇ ਬਹੁਤ ਗੰਭੀਰ ਇਲਜ਼ਾਮ ਹੈ ਕਿ ਇਹ ਕਾਨੂੰਨ ਦੀ ਉਲੰਘਣਾ ਹੈ, ਪਰ ਸਰਕਾਰ ਤੇ ਵੀ ਇਲਜ਼ਾਮ ਹੈ। ਸਰਕਾਰ ਇਹ ਕਹਿੰਦੀ ਸੀ ਕਿ ਦੇਖੋ ਇਸ ਤਰ੍ਹਾਂ ਕਿਸੇ ਨੂੰ ਪੈਰੋਲ ਮਿਲਦੀ ਤੇ ਅਸੀਂ ਜਿਹੜਾ ਕੋਈ ਇਸ ਨੂੰ ਇਹ ਅਦਾਲਤੀ ਕਾਰਵਾਈ, ਅਸੀਂ ਇਸ ਵਿੱਚ ਕੋਈ ਇਸ ਤਰ੍ਹਾਂ ਇਹ ਕੋਈ ਇੱਕ ਪਾਸੜ ਕਾਰਵਾਈ ਨਹੀਂ ਹੋ ਸਕਦੀ, ਭਾਵੇਂ ਉਹ ਮੁਲਜ਼ਮ ਹੈ, ਜੇ ਅਦਾਲਤ ਠੀਕ ਸਮਝੇ ਉਸ ਨੂੰ ਪੈਰੋਲ ਮਿਲ ਸਕਦੀ ਹੈ। ਪਰ ਰਾਮ ਰਹੀਮ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ, ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਉਸ ਦੇ ਕਾਫਲੇ ਅੱਖੀਂ ਵੇਖੇ ਹੋਏ ਨੇ, ਤੇ ਉਸ ਦਾ ਸੌਦਾ ਸਾਧ ਦਾ, ਉਸ ਸਾਧ ਦਾ ਜਿਹੜਾ ਜਲਾਓ ਹੈ ਵੇਖਿਆ ਹੋਇਆ, ਉਹਨਾਂ ਨੂੰ 1 ਮਿੰਟ 'ਚ ਸਮਝ ਆ ਜਾਵੇਗੀ ਕਿ ਉਸ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੁੰਦਾ। ਮੁੱਦੇ ਕੁਲਦੀਪ ਜੀ ਹਾਲੇ ਹੋਰ ਵੀ ਬੜੇ ਨੇ, ਪਰ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ। ਕੁਲਦੀਪ ਜੀ ਸ਼ਰਮਾ ਜੀ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੱਲ ਨੂੰ ਫਿਰ ਕੁਝ ਨਵੇਂ ਮੁੱਦੇ ਟਟੋਲਾਂਗੇ, ਨਵੀਂ ਗੱਲਬਾਤ ਕਰਾਂਗੇ। ਤਦ ਤੱਕ ਤੁਸੀਂ ਲਗਾਤਾਰ ਬਣੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।